ਭਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਸਤਿਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੀ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਗੁਰੂ ਪਿਆਰ ਵਾਲੇ ਸਤ ਸੰਗੀ ਜਨਾਂ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਸਮੇਂ ਖਾਲਸਾ ਜੀ ਆਪਾਂ ਅੰਮ੍ਰਿਤ ਗੁਰਬਾਣੀ ਵਿਚਾਰ ਦੇ ਨਾਲ ਗੁਰੂ ਕਿਰਪਾ ਦੁਆਰਾ ਜੁੜਦੇ ਹਾਂ। ਕਈ ਵਾਰ ਸਾਡੇ ਮਨ ਵਿੱਚ ਖਿਆਲ ਹੁੰਦਾ ਹੋਵੇਗਾ ਕਿ ਗੁਰਦੁਆਰਾ ਸਾਹਿਬ ਜਾਣ ਦਾ, ਸਤ ਸੰਗਤ ਕਰਨ ਦਾ, ਕਥਾ ਕਰਨ ਦਾ, ਕੀਰਤਨ ਕਥਾ ਸਰਵਣ ਕਰਨ ਦਾ ਜਾਂ ਬਾਣੀ ਸੇਵਾ ਸਿਮਰਨ ਕਰਨ ਦਾ ਕੀ ਲਾਹਾ ਹੈ, ਕੀ ਫਾਇਦਾ ਹੈ। ਪਰ ਸਾਧ ਸੰਗਤ ਜੀ, ਜੇ ਭਾਈ ਗੁਰਦਾਸ ਸਾਹਿਬ ਜੀ ਪੁੱਛੀਏ ਤਾਂ ਭਾਈ ਗੁਰਦਾਸ ਸਾਹਿਬ ਜੀਆਂ ਨੇ ਇਸ ਪ੍ਰਸ਼ਨ ਦਾ ਉੱਤਰ ਦਿੰਦਿਆਂ, ਇਸ ਸ਼ੰਕੇ ਨੂੰ ਹੱਲ ਕਰਦਿਆਂ ਹੋਇਆਂ ਬੜੇ ਸੋਹਣੇ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ। ਜੈਸੇ ਹਾਥ ਮੈਂ ਤਨਕ, ਜੈਸੇ ਹਾਥ ਮੈਂ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਾਰ ਬਾਂਧੇ ਹੁੰਡੀ ਲਾਗਤ ਨ ਭਾਰ ਕਛੂ, ਆਗੇ ਜਾਏ ਪਾਇਤ ਲక్ష్ਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਿਧ ਕਰ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰ ਦਵਾਰ ਜੀ। ਭਾਈ ਗੁਰਦਾਸ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਹੀਰਾ ਹੱਥ ਦੀ ਹਥੇਲੀ ਤੇ ਰੱਖਿਆ ਬੜਾ ਛੋਟਾ ਜਿਹਾ ਦਿਖਾਈ ਦਿੰਦਾ ਹੈ, ਵੇਖਣ ਵਾਲੇ ਵੇਖ ਕੇ ਕਹਿਣਗੇ ਛੋਟਾ ਜਿਹਾ ਹੀਰਾ ਆ, ਇਹਦੀ ਕੀ ਵੈਲਿਊ ਹੈ, ਇਹਦੀ ਕੀ ਕੀਮਤ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਉਸ ਛੋਟੇ ਜਿਹੇ ਹੀਰੇ ਨੂੰ ਜੌਹਰੀ ਦੇ ਪਾਸ ਲੈ ਜਾਓ। ਜੌਹਰੀ ਨੇ ਵੇਖਦਿਆਂ ਸਾਰ ਜਦੋਂ ਉਸ ਦੀ ਬਹੁਤ ਵੱਡੀ ਕੀਮਤ ਆਪ ਜੀਆਂ ਨੂੰ ਦੇਣੀ, ਉਦੋਂ ਪਤਾ ਲੱਗਣਾ ਵੀ ਛੋਟੇ ਜਿਹੇ ਹੀਰੇ ਦੀ ਕਿੰਨੀ ਜ਼ਿਆਦਾ ਕੀਮਤ ਆ। ਦੂਸਰਾ ਪ੍ਰਮਾਣ ਦਿੱਤਾ, ਹੁੰਡੀ ਦਾ ਕਾਗਜ਼। ਪੁਰਾਤਨ ਸਮੇਂ 'ਚ ਹੁੰਡੀਆਂ ਚੱਲਦੀਆਂ, ਅੱਜ ਕੱਲ੍ਹ ਆਪਾਂ ਚੈੱਕ ਕਹਿ ਦਿੰਦੇ ਹਾਂ, ਹੈ ਤਾਂ ਉਹ ਵੀ ਕਾਗਜ਼ ਹੀ ਹੈ। ਚੈੱਕ ਦਾ ਕਾਗਜ਼ ਜਾਂ ਹੁੰਡੀ ਦਾ ਕਾਗਜ਼, ਉਸ ਨੂੰ ਫੋਲਡ ਕਰਕੇ ਆਪਣੀ ਜੇਬ 'ਚ ਪਾ ਲਓ, ਤੁਹਾਨੂੰ ਉਹਦਾ ਪਤਾ ਵੀ ਨਹੀਂ ਚੱਲਣਾ ਕਿ ਉਹਦਾ ਵਜ਼ਨ ਹੈ ਕਿ ਨਹੀਂ ਹੈ, ਜੇਬ 'ਚ ਪਾਇਆ ਕਿ ਨਹੀਂ ਪਾਇਆ। ਪਰ ਜਦੋਂ ਉਸ ਹੁੰਡੀ ਨੂੰ, ਜਦੋਂ ਉਸ ਚੈੱਕ ਦੇ ਕਾਗਜ਼ ਨੂੰ ਬੈਂਕ ਵਿੱਚ ਜਾ ਕੇ ਤੜਾਉਂਦੇ ਆ, ਉਹਦੇ ਉੱਪਰ ਲਿਖੀ ਹੋਈ ਰਕਮ ਕਰੋੜ ਵੀ ਹੋ ਸਕਦੀ, ਅਰਬ ਖਰਬ ਵੀ ਹੋ ਸਕਦੀ ਹੈ। ਤੇ ਜਦੋਂ ਉਸ ਚੈੱਕ ਦੇ ਉੱਪਰ ਲਿਖੀ ਹੋਈ ਬਹੁਤ ਵੱਡੇ ਪੈਮਾਨੇ ਵਿੱਚ ਰਕਮ ਮਿਲੀ, ਪੈਸੇ ਮਿਲੇ, ਪਤਾ ਉਦੋਂ ਲੱਗਣਾ ਵੀ ਇਸ ਚੈੱਕ ਦਾ ਮੁੱਲ ਕੀ ਹੈ, ਹੁੰਡੀ ਦਾ ਮੁੱਲ ਕੀ ਹੈ।
ਤੀਸਰਾ ਬਚਨ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਜੀ ਬੋੜ ਦਾ ਬੀਜ ਬੜਾ ਸੂਖਸ਼ਮ ਜਿਹਾ ਹੁੰਦਾ, ਬਹੁਤ ਬਰੀਕ ਛੋਟਾ ਜਿਹਾ ਹੁੰਦਾ ਆ, ਤੇ ਜੇ ਉਸ ਨੂੰ ਤੁਸੀਂ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ, ਉਹਨਾਂ ਦਾ ਜਨਮ ਅਸਥਾਨ ਪਿੰਡ ਸੱਧਰਵਾਲ, ਔਰ ਇਸ ਨਗਰ ਦੇ ਵਿੱਚ ਗੁਰੂ ਨਾਨਕ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਮਹਾਂਪੁਰਸ਼ਾਂ ਦੀ ਯਾਦ ਵਿੱਚ ਉਹਨਾਂ ਦਾ ਯਾਦਗਾਰੀ ਅਸਥਾਨ ਇਹ ਜੋ ਖਾਲਸਾ ਜੀ ਉਹ ਬਣਾਇਆ ਗਿਆ ਹੈ, ਜਿੱਥੋਂ ਦੀ ਸੇਵਾ ਦਾ ਪ੍ਰਬੰਧ ਗਿਆਨੀ ਭੁਪਿੰਦਰ ਸਿੰਘ ਜੀਆਂ ਨੂੰ ਬਖਸ਼ਿਸ਼ ਕੀਤਾ ਹੈ, ਔਰ ਖਾਲਸਾ ਜੀ ਬਾਖੂਬ ਸੇਵਾ ਨਿਭਾ ਰਹੇ ਨੇ। ਇੱਥੇ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦੀ ਕਥਾ ਵਿਚਾਰ ਸਿਖਾਉਣੀ, ਤਬਲੇ ਦੀਆਂ ਖਾਲਸਾ ਜੀਆਂ ਕਲਾਸਾਂ, ਕੀਰਤਨ ਦੀਆਂ ਕਲਾਸਾਂ, ਜੋ ਦਮਦਮੀ ਟਕਸਾਲ ਦੀਆਂ ਸੇਵਾਵਾਂ ਨੇ ਉਹ ਸਾਰੀਆਂ ਸੇਵਾਵਾਂ ਇੱਥੇ ਨਿਭਾਈਆਂ ਜਾਂਦੀਆਂ ਨੇ। ਚੱਲ ਰਹੀ ਲੜੀਵਾਰ ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਦੇ ਵਿੱਚ ਇਹ ਜੋ ਖਾਲਸਾ ਜੀ ਉਹ ਭੱਟ ਸਾਹਿਬਾਨਾਂ ਦੇ ਸਵਈਏ ਹਨ, ਔਰ ਮਹੱਲੇ ਪਹਿਲੇ ਕੇ ਸਵਈਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਸਤਤੀ ਦੇ ਵਿੱਚ ਉਚਾਰਨ ਕੀਤੇ ਹੋਏ ਨੇ। ਇਹ ਸਵਈਏ ਪ੍ਰਾਰੰਭ ਨੇ, ਜਿਨ੍ਹਾਂ ਦੀਆਂ ਖਾਲਸਾ ਜੀ 6 ਪੌੜੀਆਂ ਹੋ ਗਈਆਂ। ਅੱਜ 7ਵੀਂ ਪੌੜੀ ਪ੍ਰਾਰੰਭ ਆ। 1390 ਅੰਗ ਦੇ ਉੱਪਰ ਸ਼ਿਸ਼ੋਭਤ ਇਹ ਪੌੜੀ ਪ੍ਰਾਰੰਭ ਹੋ ਰਹੀ ਹੈ। ਸਰਵਣ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਜੁਗ ਤੈ ਮਾਣਿਆ, ਛਲਿਓ ਬਲ ਬਾਵਨ ਭਾਇਓ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਉਪਮਾ ਦੇ ਵਿੱਚ ਖਾਲਸਾ ਜੀਓ ਵਿਚਾਰਾਂ ਪ੍ਰਾਰੰਭ ਨੇ। ਵਾਹਿਗੁਰੂ ਨੂੰ ਸਰਬ ਵਿਆਪਕ ਜਾਣ ਕਰਕੇ ਕਿ ਉਹ ਪਰਮਾਤਮਾ ਸਰਬ ਵਿਆਪਕ ਹੈ। ਜਦੋਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਸਾਰਾ ਕੁਛ ਗੋਬਿੰਦ ਹੀ ਗੋਬਿੰਦ, ਰੱਬ ਹੀ ਰੱਬ, ਪਰਮਾਤਮਾ ਹੀ ਪਰਮਾਤਮਾ ਆ। ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਹੀਂ। ਤਾਂ ਫਿਰ ਖਾਲਸਾ ਜੀਓ ਆਪਾਂ ਨੂੰ ਇਹ ਫਿਰ ਮੰਨਣਾ ਪਏਗਾ ਕਿ ਸਰਬ ਵਿਆਪਕ ਰੂਪ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਹਿਲਿਆਂ ਯੁੱਗਾਂ ਵਿੱਚ ਵੀ,
ਹੁਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੇ ਆਪ ਹੀ ਹੋਣਾ ਆ। ਆਪ ਤੋਂ ਹੀ ਇਹਨਾਂ ਸ੍ਰਿਸ਼ਟੀ ਦੀ ਰਚਨਾ ਨੂੰ ਮਹਾਰਾਜ ਜੀ ਰਚਦੇ ਨੇ ਤੇ ਆਪ ਹੀ ਹਰ ਇੱਕ ਜੀਵ ਦੇ ਅੰਦਰ ਜੋਤ ਰੂਪ ਹੋ ਕਰਕੇ ਬੈਠੇ ਹੋਏ ਬਿਰਾਜਮਾਨ ਹਨ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ, ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਗੁਰੂ ਨਾਨਕ ਦੇਵ ਮਹਾਰਾਜ ਸਤਿਜੁਗ ਦੇ ਵਿੱਚ ਤੁਸਾਂ ਨੇ ਆਪਣੀ ਮੌਜ ਨੂੰ ਮਾਣਿਆ, 52 ਅਵਤਾਰ ਹੋ ਕਰਕੇ ਮਹਾਰਾਜ ਤੁਸਾਂ ਨੇ ਬਲ ਰਾਜੇ ਨੂੰ ਛੜਿਆ। ਇਹ ਤੁਹਾਨੂੰ ਭਾਇਆ, ਇਹ ਤੁਹਾਨੂੰ ਚੰਗਾ ਲੱਗਿਆ। ਤੇ ਮਹਾਰਾਜ ਸਾਹਿਬ ਜੀ ਤੁਸਾਂ ਨੇ 52 ਰੂਪ ਦੇ ਵਿੱਚ ਹੀ ਬਲ ਰਾਜੇ ਨੂੰ ਛੜ ਲਿਆ ਸੀ। ਜੇ ਖਾਲਸਾ ਜੋ ਇਸੇ ਹੀ ਪੌੜੀ ਦੀ ਅਖੀਰ ਦੀ ਪੰਕਤੀ ਜਿਹੜੀ ਆਉਂਦੀ ਹੈ, ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ, ਆਦ ਪੁਰਖ ਫੁਰਮਾਇਓ ਵਾਲੀ ਪੰਕਤੀ ਲੈ ਕਰਕੇ ਨਾਲ ਅਰਥ ਕਰੀਏ ਤੇ ਦੂਸਰਾ ਅਰਥ ਇਸ ਪ੍ਰਕਾਰ ਦੇ ਨਾਲ ਬਣਦਾ ਆ, ਆਦ ਪੁਰਖ ਹੈ ਆਦ ਅਕਾਲ ਪੁਰਖ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਤੁਸਾਂ ਨੇ ਸਤਿਜੁਗ ਦੇ ਵਿੱਚ ਫਰਮਾਇਆ, ਆਪਣਾ ਹੁਕਮ ਕੀਤਾ, ਆਗਿਆ ਕੀਤੀ ਤੇ ਸਤਿਜੁਗ ਦੇ ਵਿੱਚ ਅਵਤਰਤ ਹੋਏ 52 ਰੂਪ ਅਵਤਾਰ ਨੇ ਬਲ ਰਾਜੇ ਨੂੰ ਛਲਿਆ। ਤੇ ਬਲ ਰਾਜੇ ਨੂੰ ਛਲਣਾ 52 ਅਵਤਾਰ ਨੂੰ ਭਾਇਆ ਚੰਗਾ ਲੱਗਿਆ ਜਦੋਂ ਤੁਸਾਂ ਨੇ ਸਤਿਜੁਗ ਦੇ ਵਿੱਚ ਆਗਿਆ ਕੀਤੀ ਸੀ। ਤਾਂ ਹੀ ਮਹਾਰਾਜ ਸਾਹਿਬ ਜੀ ਬਲ ਰਾਜੇ ਨੂੰ ਛੜ ਲੈਣਾ ਕੀਤਾ ਸੀ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ। ਤੇ ਤ੍ਰੇਤੇ ਯੁੱਗ ਦੇ ਵਿੱਚ ਮਹਾਰਾਜ ਤੁਸਾਂ ਨੇ ਆਪਣੀ ਮੌਜ ਨੂੰ ਮਾਨਣਾ ਕੀਤਾ। ਰਘੁਵੰਸ਼ ਵਿੱਚ ਰਾਘਵਾਂ ਦੀ ਵੰਸ਼ ਦੇ ਵਿੱਚ ਮਹਾਰਾਜ ਰਾਮ ਆਪਣੇ ਆਪ ਨੂੰ ਕਹਾਇਆ। ਵੇਖੋ ਸਰਬ ਵਿਆਪਕ ਰੂਪ ਕਥਨ ਕੀਤਾ ਜਾ ਰਿਹਾ ਹੈ ਕਿ ਸਭ ਕੁਝ ਰੱਬ ਹੀ ਰੱਬ ਆ। ਇਹ ਤਾਂ ਖਾਲਸਾ ਜੀਓ ਪਿਆਰ ਵਾਲੇ ਦਾ ਕਿੰਨਾ ਕੋ ਪਿਆਰ ਆ ਤੇ ਉਸ ਪਿਆਰ ਵਾਲੇ ਨੇ ਆਪਣੇ ਇਸ਼ਟ ਨੂੰ ਖਾਲਸਾ ਜੀ ਕਿੰਨੇ ਕੋ ਵੱਡੇ ਪੈਮਾਨੇ ਵਿੱਚ ਨਾਪਣਾ ਆ ਔਰ ਦਰਸਾਉਣਾ ਆ ਕਿ ਵੀ ਮੇਰਾ ਮਾਲਕ ਇੰਨਾ ਸਮਰੱਥ ਆ, ਸਭ ਕੁਝ ਮੇਰਾ ਮਾਲਕ ਹੀ ਆ। ਤਾਂ ਇੱਥੇ ਵੀ ਖਾਲਸਾ ਜੀ ਬਚਨ ਆਇਆ, ਤ੍ਰੇਤੇ ਯੁੱਗ ਦੇ ਵਿੱਚ ਰਾਘੂਆਂ ਦੀ ਵੰਸ਼ ਵਿੱਚ ਤੁਸੀਂ ਰਾਮਚੰਦਰ ਜੀ ਕਹਾਏ। ਹੁਣ ਦੂਸਰਾ ਅਰਥ ਲੈ ਲਓ, ਆਦ ਪੁਰਖ ਫਰਮਾਇਆ ਹੈ ਆਦ ਪੁਰਖ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਤੁਸਾਂ ਨੇ ਫਰਮਾਨ ਕੀਤਾ, ਤ੍ਰੇਤੇ ਯੁੱਗ ਵਿੱਚ ਹੁਕਮ ਕੀਤਾ, ਕਿਉਂਕਿ ਹੁਕਮ ਤੋਂ ਬਾਹਰ ਤੇ ਕੁਛ ਨਹੀਂ ਨਾ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਸਭ ਕੁਝ ਹੁਕਮ ਦੇ ਵਿੱਚ ਹੀ ਹੈ। ਪਹਿਲਾਂ ਵੀ ਤੁਹਾਡਾ ਹੁਕਮ ਚੱਲਿਆ, ਹੁਣ ਵੀ ਤੁਹਾਡਾ ਹੁਕਮ ਚੱਲ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਹੀ ਹੁਕਮ ਚੱਲਣਾ ਹੈ। ਜਦੋਂ ਆਦ ਪੁਰਖ ਰੂਪ ਗੁਰੂ ਨਾਨਕ ਦੇਵ ਮਹਾਰਾਜ ਤੁਸਾਂ ਨੇ ਫਰਮਾਇਆ, ਤ੍ਰੇਤੇ ਯੁੱਗ ਦੇ ਵਿੱਚ ਰਘੁਵੰਸ਼ ਵਿੱਚ ਰਾਘਵਾਂ ਦੀ ਵੰਸ਼ ਵਿੱਚ ਰਾਮਚੰਦਰ ਰੂਪ ਅਵਤਾਰ ਆਪਣੇ ਆਪ ਨੂੰ ਕਹਾਏ। ਤੇ ਜੋ ਜੋ ਉਹਨਾਂ ਦੀ ਡਿਊਟੀ ਲੱਗੀ ਸੀ ਉਹ ਉਹਨਾਂ ਨੇ ਸੇਵਾਵਾਂ ਨਿਭਾਈਆਂ ਸਨ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਪਰ ਯੁੱਗ ਦੇ ਵਿੱਚ ਮੁਰਾਰ ਮੁਰ ਆਰ ਮੁਰ ਨਾਮ ਦਾ ਵੈਰੀ, ਮੁਰ ਨਾਮ ਦੇ ਦੈਂਤ ਨੂੰ ਮਾਰਨ ਵਾਲੇ ਕ੍ਰਿਸ਼ਨ ਜੀ
ਜਿਨ੍ਹਾਂ ਨੇ ਮੁਰ ਨਾਮ ਦੇ ਦੈਂਤ ਨੂੰ ਮਾਰਿਆ ਤੇ ਨਾਮ ਇਹਨਾਂ ਦਾ ਮੁਰਾਰੀ ਬਣ ਗਿਆ। ਮੁਰਾਰੀ ਦੇ ਆਖਰੀ ਅਰਥ ਕਰਨੇ ਹੁਣ ਮੁਰ ਅਰ, ਐੜਾ ਤੇ ਰਾਰੇ ਸਿਹਾਰੀ, ਜਾਂ ਕਈ ਰਾਰੇ ਬਿਹਾਰੀ ਪਾ ਕੇ ਅਰੀ ਵੀ ਕਰ ਲੈਂਦੇ ਨੇ। ਅਰੀ ਦਾ ਅਰਥ ਹੁੰਦਾ ਵੈਰੀ। ਮੁਰ ਨਾਮ ਦੇ ਦੈਂਤ ਨੂੰ ਮਾਰਨ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਪਰ ਯੁੱਗ ਦੇ ਵਿੱਚ ਤੁਹਾਡੀ ਮੌਜ ਹੋਈ, ਮੌਜ ਨੂੰ ਮਾਣਿਆ। ਤੁਸੀਂ ਮੁਰਾਰੀ ਮੁਰ ਨਾਮ ਦੇ ਦੈਂਤ ਨੂੰ ਮਾਰਨ ਵਾਲੇ ਕ੍ਰਿਸ਼ਨ ਰੂਪ ਆਪਣੇ ਆਪ ਨੂੰ ਕਹਾਇਆ। ਕੰਸ ਕਰਤਾਰਥ ਕੀਆ, ਤੇ ਮਹਾਰਾਜ ਸਾਹਿਬ ਜੀ ਤੁਸਾਂ ਨੇ ਕੰਸ ਨੂੰ ਆਪਣੇ ਹੱਥਾਂ ਦੇ ਨਾਲ ਕ੍ਰਿਸ਼ਨ ਰੂਪ ਵਿੱਚ ਮਾਰ ਕੇ ਤੇ ਉਹਨੂੰ ਕਰਤਾਰਥ ਕਰ ਦਿੱਤਾ, ਉਹਨੂੰ ਮੁਕਤ ਕਰ ਦਿੱਤਾ, ਉਹਨੂੰ ਵੀ ਸਫਲ ਕਰ ਦਿੱਤਾ। ਮਹਾਰਾਜ ਸਾਹਿਬ ਜੀ ਦੂਸਰਾ ਅਰਥ ਆਦਿ ਪੁਰਖ ਫਰਮਾਇਓ। ਹੈ ਆਦਿ ਪੁਰਖ ਗੁਰੂ ਨਾਨਕ ਦੇ ਮਹਾਰਾਜ ਜੀ, ਜਦੋਂ ਤੁਸਾਂ ਨੇ ਫਰਮਾਨ ਕੀਤਾ, ਹੁਕਮ ਕੀਤਾ, ਆਗਿਆ ਕੀਤੀ ਤੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਅਵਤਰਤ ਹੋਏ ਤੇ ਉਹਨਾਂ ਕ੍ਰਿਸ਼ਨ ਜੀਆਂ ਨੇ ਤੁਹਾਡੇ ਹੁਕਮ ਵਿੱਚ ਮੁਰ ਆਦਿ ਕਈ ਦੈਂਤਾਂ ਨੂੰ ਮਾਰਿਆ। ਮੁਰ ਨਾਮ ਦੇ ਦੈਂਤ ਨੂੰ ਵੀ ਮਾਰਿਆ, ਕੰਸ ਨੂੰ ਵੀ ਮਾਰਿਆ ਤੇ ਕੰਸ ਨੂੰ ਮਾਰ ਕੇ ਮੁਕਤ ਕੀਤਾ, ਕਰਤਾਰਥ ਕੀਤਾ, ਸਫਲ ਕੀਤਾ ਜੀ। ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਆ। ਔਰ ਕ੍ਰਿਸ਼ਨ ਰੂਪ ਵਿੱਚ ਆਪਣੇ ਮਾਮੇ ਕੰਸ ਨੂੰ ਮਾਰ ਕੇ ਉਹਨੂੰ ਤੇ ਮੁਕਤ ਕਰ ਦਿੱਤਾ। ਤੇ ਕੰਸ ਨੇ ਜੋ ਆਪਣੇ ਪਿਤਾ ਉਗਰ ਸੈਨ ਨੂੰ ਕੈਦ ਵਿੱਚ ਕੈਦ ਕੀਤਾ ਹੋਇਆ ਸੀ, ਉਹ ਕ੍ਰਿਸ਼ਨ ਜੀਆਂ ਨੇ ਆਪਣੇ ਨਾਨੇ ਉਗਰ ਸੈਨ ਨੂੰ ਕੈਦ ਵਿੱਚੋਂ ਰਿਹਾ ਕਰਕੇ ਰਾਜ ਗੱਦੀ ਤੇ ਬਿਠਾ ਕੇ ਰਾਜ ਦਿੱਤਾ। ਇਹ ਕਿਵੇਂ ਕਿਉਂ ਹੋਇਆ? ਹੈ ਆਦਿ ਪੁਰਖ ਗੁਰੂ ਨਾਨਕ ਸਾਹਿਬ ਜੀ ਤੁਸਾਂ ਨੇ ਫਰਮਾਇਆ, ਤੁਸਾਂ ਨੇ ਹੁਕਮ ਕੀਤਾ, ਤਾਂ ਮਹਾਰਾਜ ਸਾਹਿਬ ਜੀ ਕੰਸ ਨੂੰ ਮਾਰਿਆ ਗਿਆ ਤੇ ਉਗਰ ਸੈਨ ਨੂੰ ਰਾਜ ਦਿੱਤਾ ਗਿਆ। ਆ ਭੈ ਭਗਤ ਹੈ ਜਨ ਦੀਓ। ਔਰ ਭਗਤ ਜਨਾਂ ਨੂੰ, ਆਪਣੇ ਪਿਆਰਿਆਂ ਨੂੰ ਅਭੈਤਾ ਦਾ, ਨਿਰਭਉ ਹੋਣ ਦਾ, ਡਰ ਤੋਂ ਰਹਿਤ ਹੋਣ ਦਾ ਦਾਨ ਬਖਸ਼ਿਸ਼ ਕੀਤਾ ਤੁਸਾਂ ਨੇ। ਜਿਵੇਂ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਕਥਨ ਕਰਦੇ ਨੇ, ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੇ ਨਿਰੰਕਾਰ ਦਾ ਡਰ ਹਿਰਦੇ ਵਿੱਚ ਪੈਦਾ ਹੋ ਜਾਏ ਤੇ ਸੰਸਾਰ ਦੇ ਜਿੰਨੇ ਵੀ ਡਰ ਨੇ, ਵਿਦਵਾਨਾਂ ਨੇ 7 ਪ੍ਰਕਾਰ ਦੇ ਡਰ ਮੰਨੇ ਨੇ, ਉਹ ਸਾਰੇ ਦੇ ਸਾਰੇ ਡਰ ਜਾਂਦੇ, ਚਲੇ ਜਾਂਦੇ, ਖਤਮ ਹੋ ਜਾਂਦੇ ਨੇ। ਜੇ ਪਰਮਾਤਮਾ ਦਾ ਡਰ ਹਿਰਦੇ ਵਿੱਚ ਬੈਠ ਜਾਏ ਫਿਰ ਹੋਰ ਕਿਸੇ ਦਾ ਵੀ ਡਰ ਨਹੀਂ ਰਹਿੰਦਾ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਪਰਮਾਤਮਾ ਨੂੰ ਜਪਣ ਦੇ ਨਾਲ ਸਾਰੇ ਭਉ, ਸਾਰੇ ਡਰ ਮਿਟ ਜਾਂਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੀ ਉਪਮਾ ਚ ਬਚਨ ਆ ਰਹੇ ਨੇ। ਮਹਾਰਾਜ ਜਦੋਂ ਤੁਸਾਂ ਨੇ ਦੁਆਪਰ ਯੁੱਗ ਦੇ ਵਿੱਚ ਆਪਣਾ ਹੁਕਮ ਕੀਤਾ ਤੇ ਕ੍ਰਿਸ਼ਨ ਜੀਆਂ ਨੇ ਮੁਰ ਨਾਮ ਦੇ ਦੈਂਤ ਨੂੰ ਮਾਰਿਆ, ਕੰਸ ਆਪਣੇ ਮਾਮੇ ਨੂੰ ਮਾਰਿਆ, ਕੰਸ ਨੂੰ ਮਾਰ ਕੇ ਉਹਨੂੰ ਮੁਕਤ ਕੀਤਾ। ਨਾਨੇ ਉਗਰ ਸੈਨ ਨੂੰ ਰਿਹਾ ਕਰਕੇ ਉਹਨੂੰ ਰਾਜ ਦਿੱਤਾ। ਅਭੈ ਭਗਤ ਹੈ ਜਨ ਦੀਓ। ਤੇ ਦੁਆਪਰ ਯੁੱਗ ਦੇ ਵਿੱਚ ਵੀ ਮਹਾਰਾਜ ਤੁਸਾਂ ਨੇ ਆਪਣੇ ਭਗਤਾਂ ਨੂੰ ਨਿਰਭੈਤਾ ਤਾ, ਡਰ ਤੋਂ ਰਹਿਤ ਹੋਣ ਦਾ ਦਾਨ ਬਖਸ਼ਿਸ਼ ਕੀਤਾ ਜੀ। ਕਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਤੇ ਹੈ ਗੁਰੂ ਨਾਨਕ ਦੇ ਮਹਾਰਾਜ, ਹੁਣ ਕਲਯੁਗ ਦੇ ਸਮੇਂ ਵਿੱਚ ਤੁਸੀਂ ਗੁਰੂ ਨਾਨਕ ਰੂਪ ਪ੍ਰਵਾਨਿਤ ਹੋਏ ਹੋ, ਪ੍ਰਵਾਨਿਕ ਹੋਏ ਹੋ। ਪਹਿਲੋਂ ਮਹਾਰਾਜ ਤੁਸਾਂ ਨੇ ਆਪਣਾ ਹੁਕਮ ਕਰਕੇ ਸਮੇਂ-ਸਮੇਂ ਯੁੱਗਾਂ ਵਿੱਚ ਭੇਜੇ ਅਵਤਾਰਾਂ ਨੂੰ ਹੁਕਮ ਲਾ ਕੇ ਧਰਮ ਦੇ ਕਰਮ ਕਰਵਾਏ। ਤੇ ਹੁਣ ਮਹਾਰਾਜ ਤੁਸੀਂ ਖੁਦ ਆਪ ਹੀ ਅਵਤਰਤ ਹੋ ਆਏ ਹੋ, ਆਪ ਗੁਰੂ ਨਾਨਕ ਰੂਪ ਹੋ ਕਰਕੇ ਪ੍ਰਮਾਣਿਕ ਹੋਏ ਹੋ।
ਅੰਗਦ ਅਮਰ ਕਹਾਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਤੁਸਾਂ ਨੇ ਆਪ ਹੀ ਹੁਣ ਆਪਣੇ ਤੋਂ ਬਾਅਦ ਗੁਰੂ ਅੰਗਦ ਕਹਾਉਣਾ ਕੀਤਾ। ਗੁਰੂ ਅੰਗਦ ਦੇ ਮਹਾਰਾਜਿਆਂ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਰੂਪ ਕਹਾਉਣਾ ਕੀਤਾ। ਭਾਵ ਤੁਸੀਂ ਆਪ ਹੀ 10 ਗੁਰੂ ਰੂਪ ਹੋ ਕੇ ਵਰਤੇ ਹੋ। ਹੁਣ 11ਵੇਂ ਸਰੂਪ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਰੂਪ ਵਿੱਚ ਪ੍ਰਗਟ ਹੋ ਤੇ ਸਾਰੇ ਸੰਸਾਰ ਦੀ ਗਵਾਹੀ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਵੱਲੋਂ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਹੋਈ। ਗੁਰਤਾ ਗੱਦੀ ਦਾ ਦਿਹਾੜਾ ਅੱਜ ਖਾਲਸਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਅੱਜ ਦੇ ਦਿਨ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਜਿਹੜੇ ਵੱਡੇ ਵਡੇਰੇ ਸਨ, ਬਾਬਾ ਸੂਰਜਮਲ ਜੀ, ਜ਼ਿਲ੍ਹਾ ਗੁਜਰਾਤ ਦਾ ਇੱਕ ਬਹੁਤ ਵੱਡਾ ਪਿੰਡ ਆ ਜੀ ਮੰਗੋਵਾਲ। ਇਹ ਮੰਗੋਵਾਲ ਰਹਿੰਦੇ ਸਨ। ਮੰਗੋਵਾਲ ਹੀ ਖਾਲਸਾ ਜੀ ਉਹ ਸੂਰਜਮਲ ਜੀਆਂ ਦੇ ਗ੍ਰਹਿ ਵਿਖੇ ਪੁੱਤਰ ਦਾ ਜਨਮ ਹੋਇਆ। ਉਹਨਾਂ ਦਾ ਨਾਮ ਰੱਖਿਆ ਗਿਆ ਗਿਹਨੂ ਮਲ। ਗਿਹਨੂ ਮਲ ਜਵਾਨ ਹੋਏ, ਬੜੇ ਸਿਆਣੇ, ਬੜੇ ਸੁਲਝੇ ਹੋਏ, ਵਪਾਰ ਦੇ ਕੰਮ ਵਿੱਚ ਪੈ ਗਏ ਤੇ ਵਪਾਰ ਦੇ ਸਿਲਸਿਲੇ ਦੇ ਵਿੱਚ ਉਹ ਕਈ ਵਾਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦਰਾਡੇ ਆਉਂਦੇ ਜਾਂਦੇ ਹੁੰਦੇ ਸਨ। ਤੇ ਵਪਾਰ ਦੇ ਮਸਲੇ ਵਿੱਚ ਆ ਖਾਲਸਾ ਜੀ ਮੁਕਤਸਰ ਸਾਹਿਬ ਜੀਆਂ ਦੇ ਨੇੜੇ ਜਦੋਂ ਆਪਾਂ ਸੁਲਤਾਨਪੁਰ ਲੋਧੀ ਤੋਂ ਮੁਕਤਸਰ ਸਾਹਿਬ ਵੱਲ ਨੂੰ ਜਾਂਦੇ, ਉਸ ਰੋਡ ਦੇ ਉੱਪਰ ਇੱਕ ਨਗਰ ਆਉਂਦਾ ਜੀ, ਜਿਹਨੂੰ ਮੱਤੇ ਕੀ ਸਰਾਏ ਕਹਿੰਦੇ ਨੇ, ਨਾਂਗੇ ਕੀ ਸਰਾਏ ਵੀ ਕਹਿੰਦੇ ਨੇ। ਖਾਲਸਾ ਜੀ ਉਹ ਜਦੋਂ ਆਪਾਂ ਇਤਿਹਾਸ ਵਿੱਚ ਪੜ੍ਹੀਏ ਤੇ ਮੈਨੂੰ ਤਾਂ ਪੜ੍ਹਨ ਨੂੰ ਇਹ ਮਿਲਿਆ, ਨਾਂਗੇ ਤੋਂ ਅਰਥ ਕੀਤਾ ਵਿਦਵਾਨਾਂ ਨੇ ਨਗ, ਹੀਰਿਆਂ ਦੇ ਮੋਤੀਆਂ ਦੇ ਨਗ, ਕਣੀਆਂ। ਪਰ ਜਦੋਂ ਮੈਂ ਨਾਗੇ ਕੀ ਸਰਾਂ ਉੱਥੇ ਦਰਸ਼ਨ ਦੀਦਾਰ ਕੀਤਾ ਤਾਂ ਉੱਥੇ ਗ੍ਰੰਥੀ ਸਿੰਘ ਅਜੇ ਨੌਜਵਾਨ ਕੋਈ 20-22 ਸਾਲ ਦਾ ਹੋਏਗਾ, ਤੇ ਉਹਦੇ ਨਾਲ ਮੈਂ ਗੱਲ ਕੀਤੀ ਕਿ ਮੈਨੂੰ ਨਾਗੇ ਦੀ ਸਰਾਂ ਕਿਉਂ ਕਹਿੰਦੇ ਨੇ। ਉਹ ਕਹਿੰਦੇ ਜੇ ਇੱਥੇ ਨਾਗੇ ਸਾਧੂ ਰਹਿੰਦੇ ਹੁੰਦੇ ਸੀ ਤਾਂ ਨਾਗੇ ਦੀ ਸਰਾਂ ਕਹਿੰਦੇ ਨੇ। ਫਿਰ ਮੈਂ ਉਹਨਾਂ ਨੂੰ ਇੱਕ ਹੋਰ ਗੱਲ ਪੁੱਛੀ ਉਹ ਗ੍ਰੰਥੀ ਸਿੰਘ ਨੂੰ ਕਿ ਇਤਿਹਾਸ ਵਿੱਚ ਇਹ ਲਿਖਿਆ ਹਰੀਏ ਕੇ ਨਗਰ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਅਵਤਾਰ ਹੋਇਆ ਤੇ ਹਰੀਏ ਕੇ ਲਿਖਿਆ। ਤੋ ਖਾਲਸਾ ਜੋ ਹਰੀਏ ਕੇ ਨਹੀਂ, ਹਰੀਏ ਕੇ ਤੇ ਹਰੀਕਾ ਤੇ ਇੱਥੇ ਨੇੜੇ ਹੀ, ਆਪਣੇ ਮਖੂ ਤੋਂ ਨੇੜੇ ਹੀ ਆ, 5-7 ਕਿਲੋਮੀਟਰ ਦੂਰ ਹੀ ਆ ਉਹ ਹਰੀਏ। ਮੈਂ ਉਹਨੂੰ ਪੁੱਛਿਆ ਵੀ ਹਰੀਏ ਵੀ ਇਸ ਨਗਰ ਨੂੰ ਕਹਿੰਦੇ ਨੇ। ਉਹ ਗ੍ਰੰਥੀ ਸਿੰਘ ਜੀ ਕਹਿਣ ਲੱਗੇ ਨਹੀਂ, ਇੱਥੋਂ 1.5-2 ਕਿਲੋਮੀਟਰ ਦੂਰ ਇੱਕ ਪਿੰਡ ਆ, ਉਹਦਾ ਨਾਂ ਹਰੀਏ ਆ। ਤੋ ਖਾਲਸਾ ਜੀ ਇਤਿਹਾਸ ਵਿੱਚ ਇਵੇਂ ਵੀ ਜ਼ਿਕਰ ਆਇਆ ਕਿ ਹਰੀਏ ਨਗਰ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਅਵਤਾਰ ਹੋਇਆ। ਖੈਰ ਅੱਗੇ ਜਾ ਕੇ ਬਚਨ ਆ ਜਾਣੇ ਨੇ। ਬਾਬਾ ਗਿਹਨੂ ਮੱਲ ਇੱਥੇ ਮੱਤੇ ਕਿ ਸਰਾਏ ਵੀ ਖਾਲਸਾ ਜੀ ਵਪਾਰ ਦੇ ਸਿਲਸਿਲੇ ਵਿੱਚ ਆਉਂਦੇ ਜਾਂਦੇ ਵਾਕਫੀਅਤ ਹੋ ਗਈ। ਨੇਕ ਜਨ ਜਾਣ ਕੇ ਕਿਸੇ ਨੇ ਮੱਤੇ ਕੀ ਸਰਾਏ ਬਾਬਾ ਗਿਹਨੂ ਮੱਲ ਜੀਆਂ ਦਾ ਆਨੰਦ ਕਾਰਜ ਕਰਵਾ ਦਿੱਤਾ। ਸਮਾਂ ਪਾ ਕਰਕੇ ਬਾਬਾ ਗਿਹਨੂ ਮੱਲ ਜੀਆਂ ਦੇ ਘਰ 4 ਪੁੱਤਰਾਂ ਦਾ ਜਨਮ ਹੋਇਆ। ਬਾਬਾ ਰਜਾਨੀ ਜੀ, ਬਾਬਾ ਗੁਰੀਆ ਮੱਲ ਜੀ ਤੇ ਤੀਸਰੇ ਸਨ ਬਾਬਾ ਫੇਰੂ ਮੱਲ ਜੀ ਤੇ ਚੌਥੇ ਸਨ ਬਾਬਾ ਅਰਥੀ ਮੱਲ ਜੀ। ਇਹਨਾਂ 4 ਪੁੱਤਰਾਂ ਦਾ ਜਨਮ ਹੋਇਆ ਤੇ ਜਿਹੜਾ ਤੀਸਰਾ ਪੁੱਤਰ ਸੀ ਨਾ ਬਾਬਾ ਫੇਰੂ ਮੱਲ ਨੂੰ ਇਹਨਾਂ ਦੇ ਨਾਨਕਾ ਪਰਿਵਾਰ ਇਹਨੂੰ ਨਾਨਕੇ ਮੱਤੇ ਕੀ ਸਰਾਂ ਲੈ ਆਏ ਬਾਬੇ ਫੇਰੂ ਜੀਆਂ ਨੂੰ।
ਇੱਥੇ ਫਿਰ ਨਾਨਕੇ ਪਿੰਡ ਰਹਿ ਕਰਕੇ ਬਾਬਾ ਫੇਰੂ ਜੀ ਪੜ੍ਹੇ ਲਿਖੇ ਤੇ ਫਾਰਸੀ ਦੇ ਬਹੁਤ ਮਾਹਿਰ ਸਨ, ਹੋਰ ਵੀ ਕਈ ਭਾਸ਼ਾਵਾਂ ਦੇ ਮਾਹਿਰ ਸਨ ਬਾਬਾ ਫੇਰੂ ਜੀ। ਤਾਂ ਖਾਲਸਾ ਜੀ ਜਦੋਂ ਇਹ ਜਵਾਨ ਹੋਏ ਨੇ ਤੇ ਨਾਨਕਿਆਂ ਨੇ ਇਹਨਾਂ ਦਾ ਵਿਆਹ ਹੀ ਨਾਨਕੇ ਨਗਰ ਵਿੱਚ ਹੀ ਕਰ ਦਿੱਤਾ। ਇਹਨਾਂ ਦਾ ਵਿਆਹ ਵੀ ਉੱਥੇ ਕਰਤਾ, ਮੱਤੇ ਕੀ ਸਰਾਏ। ਤਾਂ ਸਮਾਂ ਪਾ ਕਰਕੇ ਖਾਲਸਾ ਜੀਓ 1504 ਈਸਵੀ ਨੂੰ 31 ਮਾਰਚ 1504 ਈਸਵੀ ਨੂੰ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਨਾਮ ਪਹਿਲੋਂ ਲਹਿਣਾ ਜੀ ਆ, ਪਾਵਨ ਲਹਿਣਾ ਜੀ, ਇਹਨਾਂ ਦਾ ਅਵਤਾਰ ਹੋਇਆ ਔਰ ਖਾਲਸਾ ਜੀ ਬੱਚੇ ਦਾ ਨਾਮ ਲਹਿਣਾ ਜੀ ਰੱਖਿਆ ਗਿਆ। ਹੁਣ ਇਹਨਾਂ ਦੇ ਪਿਤਾ ਬਾਬਾ ਫੇਰੂਮਲ ਜੀ ਆਪ ਪੜ੍ਹੇ ਲਿਖੇ ਸਨ ਤੇ ਉਹਨਾਂ ਨੇ ਆਪਣੇ ਬੱਚੇ ਲਹਿਣਾ ਜੀਆਂ ਦੀ ਪੜ੍ਹਾਈ ਦਾ ਬੜਾ ਖਾਸ ਪ੍ਰਬੰਧ ਕੀਤਾ ਤੇ ਬਾਬਾ ਲਹਿਣਾ ਜੀ ਵੀ ਖਾਲਸਾ ਜੀ ਪੜ੍ਹ ਲੈ ਕੇ ਆਪਣੇ ਪਿਤਾ ਵਾਂਗ ਕਈ ਭਾਸ਼ਾਵਾਂ ਦੇ ਜਾਣੂ ਸਨ ਔਰ ਫਾਰਸੀ ਦੇ ਵਿੱਚ ਇਹ ਵੀ ਬੜੇ ਮਾਹਿਰ ਸਨ। ਹੁਣ ਇੱਥੇ ਹੀ ਖਾਲਸਾ ਜੀ ਨੇੜੇ ਥੋੜਾ ਫਿਰੋਜ਼ਪੁਰ ਆ। ਫਿਰੋਜ਼ਪੁਰ ਦਾ ਹੁਕਮਰਾਨ ਸੀ, ਜਗੀਰਦਾਰ ਸੀ, ਜਿਹੜਾ 60-70 ਪਿੰਡਾਂ ਦਾ ਜਗੀਰਦਾਰ ਸੀ। ਉਹਦਾ ਨਾਂ ਸੀ ਤਖਤ ਮੱਲ। ਇਧਰ ਬਾਬਾ ਫੇਰੂਮਲ ਜੀ ਆਪਣਾ ਵਪਾਰ ਕਾਰੋਬਾਰ ਕਰਦੇ ਤੇ ਇੱਕ ਵਾਰ ਬਹੁਤ ਵੱਡੇ ਪੈਮਾਨੇ 'ਚ ਘਾਟਾ ਪੈ ਗਿਆ ਤੇ ਬਾਬਾ ਫੇਰੂਮਲ ਜੀਆਂ ਨੇ ਫਿਰੋਜ਼ਪੁਰ ਦੇ ਹੁਕਮਰਾਨ ਜਗੀਰਦਾਰ ਤਖਤ ਮੱਲ ਦੇ ਨੌਕਰੀ ਕਰ ਲਈ ਖਜ਼ਾਨਚੀ ਦੀ। ਹੁਣ ਸੁਭਾਅ ਬੜਾ ਸਰਲ ਸੀ, ਸਾਧੂ ਸੁਭਾਅ ਸੀ, ਬੜੇ ਮਿੱਠ ਬੋਲੜੇ ਸਨ, ਹਰ ਇੱਕ ਦੇ ਅੰਦਰ ਹੀ ਧੱਸ ਜਾਂਦੇ, ਇੰਨੀ ਮਿੱਠੀ ਬੋਲੀ। ਤੋ ਖਾਲਸਾ ਜੀ ਬਹੁਤ ਜ਼ਿਆਦਾ ਪਿਆਰ ਮਿਲਿਆ ਜਗੀਰਦਾਰ ਤਖਤ ਮੱਲ ਵੱਲੋਂ। ਜਗੀਰਦਾਰ ਜਿਹੜਾ ਤਖਤ ਮੱਲ ਸੀ, ਇਹਦੇ ਸਨ 7 ਪੁੱਤਰ ਤੇ 1 ਧੀ ਸੀ। ਹੁਣ ਜਿਹੜੀ ਇੱਕ ਧੀ ਸੀ ਉਹ 7 ਭਰਾਵਾਂ ਦੀ ਭੈਣ ਹੋਣ ਕਰਕੇ ਲੋਕ ਉਹਨੂੰ 7 ਭਾਈ ਵੀ ਕਹਿੰਦੇ ਸਨ। 7 ਭਾਈ 7 ਭਰਾਵਾਂ ਦੀ ਭੈਣ। 7 ਭਾਈ ਤੋਂ ਸ਼ਬਦ ਵਿਗੜ ਕੇ ਬਣ ਗਿਆ ਸਬਰਾਈ। ਸਬਰਾਈ ਤੋਂ ਸ਼ਬਦ ਵਿਗੜ ਕੇ ਬਣ ਗਿਆ ਵਿਰਾਈ। ਤੇ ਇਹ ਜਿਹੜੀ ਬੀਬੀ ਵਿਰਾਈ ਸਨ, ਇਹ ਬਾਬਾ ਫੇਰੂਮਲ ਜੀਆਂ ਦੀ ਮੂੰਹ ਬੋਲੀ ਭੈਣ ਬਣ ਗਈ। ਉਹਨੇ ਵੀਰ ਜੀ ਕਹਿਣਾ, ਉਹਨੇ ਭੈਣ ਜੀ ਕਹਿਣਾ, ਬੜਾ ਸਤਿਕਾਰ ਤੇ ਭੈਣ ਭਰਾਵਾਂ ਵਾਂਗ ਇੱਕ ਦੂਜੇ ਨੂੰ ਮਿਲਣਾ। 1500 ਖਾਲਸਾ ਜੀ ਕੁਝ ਸੰਮਤ ਦੇ ਬਿਕਰਮੀ ਵਿੱਚ, ਸੰਮਤ ਵਿੱਚ ਜਦੋਂ ਬੀਬੀ ਵਿਰਾਈ ਜੀ ਜਵਾਨ ਹੋਏ, ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਖਡੂਰ ਸਾਹਿਬ। ਭਾਈ ਮਹਿਮਾ ਜੀ ਉਹਨਾਂ ਦੇ ਨਾਲ, ਖੈਰਿਆਂ ਦਾ ਖਡੂਰ ਕਹਿੰਦੇ ਸਨ, ਤੇ ਚੌਧਰੀ ਭਾਈ ਮਹਿਮੇ ਦੇ ਨਾਲ ਬੀਬੀ ਵਿਰਾਈ ਜੀਆਂ ਦਾ ਆਨੰਦ ਕਾਰਜ ਹੋ ਗਿਆ, ਵਿਆਹ ਹੋ ਗਿਆ। ਤੇ ਬੀਬੀ ਵਿਰਾਈ ਨੇ ਜਦੋਂ ਪੇਕੇ ਘਰ ਜਾਣਾ ਤੇ ਆਪਣੇ ਵੀਰ ਬਾਬਾ ਫੇਰੂਮਲ ਨੂੰ ਵੀ ਮਿਲ ਕੇ ਆਉਣਾ। ਜਦੋਂ ਇਹਨਾਂ ਦੇ ਘਰ ਜਾਣਾ ਤੇ ਪਾਵਨ ਲਹਿਣਾ ਜੀਆਂ ਨੇ ਭੂਆ ਵਿਰਾਈ ਦੇ ਪਾਸ ਬੈਠੇ ਰਹਿਣਾ ਤੇ ਭੂਆ ਵਿਰਾਈ ਨੇ ਭਤੀਜੇ ਲਹਿਣਾ ਜੀ ਨਾਲ ਬੜਾ ਪਿਆਰ ਕਰਨਾ। ਤੇ ਕਈ ਵਾਰਾਂ ਤੇ ਬੀਬੀ ਵਿਰਾਈ ਜੀ ਲਹਿਣਾ ਜੀਆਂ ਨੂੰ ਆਪਣੇ ਨਾਲ ਆਪਣੇ ਸਹੁਰੇ ਪਿੰਡ ਖਡੂਰ ਸਾਹਿਬ ਲੈ ਆਉਂਦੇ ਹੁੰਦੇ ਸਨ ਤੇ ਕਿੰਨੇ ਕਿੰਨੇ ਦਿਨ ਇੱਥੇ ਰਹਿੰਦੇ ਹੁੰਦੇ ਸਨ ਗੁਰੂ ਅੰਗਦ ਦੇਵ ਮਹਾਰਾਜ ਲਹਿਣਾ ਜੀਆਂ ਦੇ ਰੂਪ ਵਿੱਚ। ਤੋ ਸਮਾਂ ਪਾ ਕਰਕੇ ਜਦੋਂ ਗੁਰੂ ਪਾਵਨ ਲਹਿਣਾ ਜੀ, ਉਦੋਂ ਪਾਵਨ ਲਹਿਣਾ ਰੂਪ ਵਿੱਚ ਸਨ, ਆਪਾਂ ਹੁਣ ਕਹਿ ਸਕਦੇ ਗੁਰੂ ਅੰਗਦ ਦੇਵ ਮਹਾਰਾਜ ਜਦੋਂ 17 ਕੁ ਸਾਲਾਂ ਦੇ ਹੋਏ ਤਾਂ ਖਾਲਸਾ ਜੀ ਉਹ 1521 ਈਸਵੀ ਨੂੰ ਇਹਨਾਂ ਦਾ ਵਿਆਹ ਖਡੂਰ ਸਾਹਿਬ ਤੋਂ 4 ਮੀਲ ਦੀ ਦੂਰੀ ਤੇ ਇੱਕ ਪਿੰਡ ਆ ਸੰਗਰ। ਸੰਗਰ ਪਿੰਡ ਦੇ ਵਿੱਚ ਖਾਲਸਾ ਜੀ ਦੇਵੀ ਦਾਸ ਦੀ ਬੜੀ ਹੋਣਹਾਰ, ਗੁਣਾਂ ਨਾਲ ਭਰਪੂਰ ਸਪੁੱਤਰੀ ਬੀਬੀ ਖੀਵੀ ਜੀਆਂ ਦੇ ਨਾਲ ਬੀਬੀ ਵਿਰਾਈ ਜੀਆਂ ਨੇ ਵਿੱਚ ਪੈ ਕੇ ਵਿਚੋਲੇ ਬਣ ਕੇ ਵਿਆਹ ਕਰ ਦਿੱਤਾ। ਅਜੇ ਖਾਲਸਾ ਜੀ ਉਹ ਪਾਵਨ ਲਹਿਣਾ ਜੀਆਂ ਦਾ ਵਿਆਹ ਹੋਇਆ ਹੀ ਸੀ 1521 ਈਸਵੀ ਨੂੰ।
ਕਿ ਬਾਬਰ ਦੇ ਹਮਲੇ ਸ਼ੁਰੂ ਹੋ ਗਏ ਹਿੰਦੁਸਤਾਨ ਤੇ ਪਚਾਦਿਆਂ ਨੇ ਜਿੱਥੇ ਹੋਰ ਕਈ ਇਲਾਕੇ ਉਜਾੜੇ। ਪਜਾਦੇ ਹੁੰਦੇ ਨੇ ਜਿਹੜੇ ਪੱਛਮੀ ਲੋਕ ਨੇ, ਪੱਛਮ ਦਿਸ਼ਾ ਦੇ ਰਹਿਣ ਵਾਲੇ ਲੋਕ, ਜਿੱਥੇ ਉਹਨਾਂ ਨੇ ਕਈ ਇਲਾਕੇ ਉਜਾੜੇ, ਉਹਨਾਂ ਨੇ ਮੱਤੇ ਕੀ ਸਰਾਂ ਨੂੰ ਵੀ ਉਜਾੜ ਦਿੱਤਾ। ਅਜੇ ਖਾਲਸਾ ਜੀ ਇਹਦੇ ਨਾਲ ਪਹਿਲੋਂ ਇੱਕ ਹੋਰ ਵਾਕਿਆ ਵਰਤਿਆ। ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦੇ ਪਿਤਾ ਬਾਬਾ ਫੇਰੂ ਮੱਲ ਜੀ ਤਖਤ ਮੱਲ ਦੇ ਖਜ਼ਾਨਚੀ ਦੀ ਨੌਕਰੀ ਕਰਦੇ ਸੀ। ਉਹ ਇੱਕ ਵਾਰ ਹਿਸਾਬ ਕਿਤਾਬ ਦੇਣ ਲੱਗਿਆ ਕਿਤੇ ਭੁਲੇਖਾ ਲੱਗ ਗਿਆ, ਕੋਈ ਰਕਮ ਨਾ ਲਿਖਾਈ ਗਈ, ਘਾਟਾ ਆ ਗਿਆ ਵਿੱਚ। ਤੇ ਤਖਤ ਮੱਲ ਜਗੀਰਦਾਰ ਨੂੰ ਲੱਗਿਆ ਕਿ ਬਾਬਾ ਫੇਰੂ ਮੱਲ ਨੇ ਮੇਰੇ ਨਾਲ ਧੋਖਾ ਕੀਤਾ ਆ। ਤੇ ਤਖਤ ਮੱਲ ਨੇ ਬਾਬਾ ਫੇਰੂ ਮੱਲ ਨੂੰ ਕੈਦ ਕਰ ਲਿਆ ਸੀ। ਤੇ ਉਹਦਾ ਪਾਵਨ ਲਹਿਣਾ ਜੀ ਭੂਆ ਵਿਰਾਈ ਦੇ ਕੋਲ ਆਏ ਖਡੂਰ ਸਾਹਿਬ ਤੇ ਆ ਕੇ ਕਿਹਾ, ਭੂਆ ਜੀ ਬਾਪੂ ਜੀਆਂ ਨੂੰ ਤੁਹਾਡੇ ਪਿਤਾ ਨੇ ਕੈਦ ਕਰ ਲਿਆ, ਕੋਈ ਹਿਸਾਬ ਕਿਤਾਬ ਵਿੱਚ ਗਲਤੀ ਹੋ ਗਈ ਹੋਣੀ ਆ। ਬੀਬੀ ਵਿਰਾਈ ਜੀ ਜਾਣਦੇ ਸੀ ਕਿ ਮੇਰਾ ਭਰਾ ਫੇਰੂ ਮੱਲ ਬਹੁਤ ਇਮਾਨਦਾਰ, ਸੱਚਾ ਸੁੱਚਾ, ਰੱਬ ਦੀ ਬੰਦਗੀ ਕਰਨ ਵਾਲਾ, ਹਰ ਇੱਕ ਦਾ ਭਲਾ ਚਾਹਣ ਵਾਲਾ। ਕਹਿਣ ਲੱਗੀ, ਭਤੀਜਾ ਜੀ ਲੈਣਾ ਜੀ ਤੁਸੀਂ ਚੱਲੋ, ਮੈਂ ਆਈ। ਮੈਂ ਪਿਤਾ ਨੂੰ ਕਹਿ ਕੇ ਛੁਡਵਾ ਤੇ ਦੇਵਾਂਗੀ, ਪਰ ਭਰਾ ਫੇਰੂ ਮੱਲ ਤੇ ਦਾਗ ਲੱਗਿਆ ਰਹਿਣਾ ਹੈ। ਕਿਉਂ ਨਾ ਹੋਵੇ ਮੈਂ ਆਪਣੇ ਪਿਤਾ ਨੂੰ ਜਾ ਕਰਕੇ ਕਵਾਂ ਕਰਾਂ ਦੁਬਾਰਾ ਹਿਸਾਬ ਕਿਤਾਬ ਕਰੋ। ਜਦੋਂ ਬੀਬੀ ਵਿਰਾਈ ਨੇ ਕਿਹਾ ਤੇ ਜਾਗੀਰਦਾਰ ਤਖਤ ਮੱਲ ਨੇ ਦੁਬਾਰਾ ਹਿਸਾਬ ਕਿਤਾਬ ਕਰਾਇਆ। ਉਹ ਜਿਹੜਾ ਕੁਝ ਲਿਖਣ ਵਾਲਾ ਲੇਖਾ ਰਹਿੰਦਾ ਸੀ ਉਹ ਵੀ ਚੇਤਾ ਆ ਗਿਆ, ਲਿਖਾ ਦਿੱਤਾ ਤੇ ਹਿਸਾਬ ਪੂਰਾ ਹੋ ਗਿਆ। ਤਖਤ ਮੱਲ ਨੇ ਖਾਲਸਾ ਜੀ ਰਿਹਾ ਕਰ ਦਿੱਤਾ ਬਾਬਾ ਫੇਰੂ ਮੱਲ ਨੂੰ। ਪਰ ਬਾਬਾ ਫੇਰੂ ਮੱਲ ਜੀ ਨੇ ਦੁਬਾਰਾ ਨੌਕਰੀ ਨਹੀਂ ਕੀਤੀ, ਇਹ ਕੰਮ ਛੱਡ ਦਿੱਤਾ। ਇਧਰੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵਿਆਹ ਹੋ ਗਿਆ, ਉਧਰੋਂ ਬਾਬਰ ਦੇ ਹਮਲੇ ਹੋ ਗਏ, ਮੱਤੇ ਕੀ ਸਰਾਂ ਉੱਜੜ ਗਈ। ਤੇ ਖਾਲਸਾ ਜੀ ਜਿਹੜੇ ਕੁੜਮ ਸੀ ਨਾ ਬਾਬਾ ਫੇਰੂ ਮੱਲ ਜੀ ਦੇ ਸੰਗਰ ਪਿੰਡ ਦੇ, ਗੁਰੂ ਅੰਗਦ ਸਾਹਿਬ ਜੀਆਂ ਦੇ ਸਹੁਰਾ ਸਾਹਿਬ ਦੇਵੀ ਦਾਸ ਜੀ, ਉਹਨਾਂ ਨੇ ਬੇਨਤੀ ਕਰਕੇ ਇਹਨਾਂ ਨੂੰ ਆਪਣੇ ਪਿੰਡ ਲੈ ਆਂਦਾ। ਤੇ ਪਿੰਡ ਸੰਗਰ ਆ ਕਰਕੇ ਇਹਨਾਂ ਨੇ ਦੁਕਾਨ ਪਾ ਲਈ, ਨਾਲੇ ਵਪਾਰ ਦਾ ਕੰਮ ਸ਼ੁਰੂ ਕਰ ਦਿੱਤਾ। ਪਰ ਕੁੜਮਾਂ ਦੇ ਪਾਸ ਰਹਿ ਕਰਕੇ ਵਪਾਰ ਕਰਨਾ ਚੰਗਾ ਨਾ ਲੱਗਾ, ਲਾਗੇ ਰਹਿਣਾ ਚੰਗਾ ਨਾ ਲੱਗਾ। ਤੇ ਬਾਬਾ ਫੇਰੂ ਮੱਲ ਜੀਆਂ ਦੇ ਸੰਗਰ ਪਿੰਡ ਤੋਂ ਉੱਠ ਗਿਆ ਤੁਹਾਡੇ ਨੇੜੇ ਮਖੂ ਦੇ ਲਾਗੇ ਹੀ ਹਰੀ ਕੇ, ਇੱਥੇ ਆ ਕਰਕੇ ਇਹਨਾਂ ਨੇ ਦੁਕਾਨ ਪਾ ਲਈ। ਤਾਂ ਦੁਕਾਨ ਪਾ ਲਈ, ਨਾਲ ਵਪਾਰ ਸ਼ੁਰੂ ਕਰ ਲਿਆ। ਬੜੇ ਖੁੱਲ੍ਹ ਦਲੀਏ ਸਨ, ਬੜੇ ਚੰਗੇ ਸੁਭਾਅ ਵਾਲੇ ਸਨ, ਬੜੇ ਵੱਡੇ ਪੈਮਾਨੇ ਤੇ ਵਪਾਰ ਚੱਲਿਆ। ਪਰ ਕੁਝ ਸਮੇਂ ਤੋਂ ਬਾਅਦ ਨੇੜੇ ਰਿਸ਼ਤੇਦਾਰ ਨਾ ਹੋਣੇ ਕਰਕੇ ਇਹਨਾਂ ਦਾ ਮਨ ਉਦਾਸ ਰਹਿਣ ਲੱਗਿਆ। ਫਿਰ ਇਹਨਾਂ ਦੇ ਕੁੜਮ ਦੇਵੀ ਦਾਸ ਨੇ ਬੇਨਤੀ ਕੀਤੀ ਕਿ ਤੁਸੀਂ ਕਿਰਪਾ ਕਰਕੇ ਸੰਗਰ ਪਿੰਡ ਹੀ ਆ ਜਾਓ। ਬਾਬਾ ਫੇਰੂ ਮੱਲ ਜੀ ਦੁਬਾਰਾ ਫਿਰ ਸੰਗਰ ਪਿੰਡ ਆਪਣੇ ਕੁੜਮਾਂ ਦੇ ਪਿੰਡ ਚਲੇ ਗਏ, ਗੁਰੂ ਅੰਗਦ ਸਾਹਿਬ ਜੀ ਦੇ ਸਹੁਰੇ ਪਿੰਡ ਚਲੇ ਗਏ। ਇੱਥੇ ਆ ਕੇ ਹੁਣ ਇਹਨਾਂ ਨੇ ਵਪਾਰ ਨਹੀਂ ਕੀਤਾ, ਦੁਕਾਨ ਵਾਹਿਗੁਰੂ ਦਿਹਾਟੀ ਨਹੀਂ ਖੋਲੀ, ਦੁਕਾਨ ਨਹੀਂ ਪਾਈ, ਲੂਣ ਦਾ ਵਪਾਰ ਕਰ ਲਿਆ, ਲੂਣ ਦਾ। ਤੇ ਬਾਬਾ ਫੇਰੂ ਮੱਲ ਜੀ ਹੁਣ ਸਿਆਣੇ ਵੀ ਹੋ ਗਏ, ਬਜ਼ੁਰਗ ਵੀ ਹੋ ਗਏ। ਹਰ ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਲਾਟਾਂ ਵਾਲੀ ਜਵਾਲਾ ਦੇਵੀ ਦੇ ਮੰਦਿਰ ਵਿੱਚ ਸੰਗ ਲੈ ਕੇ ਵੀ ਜਾਂਦੇ ਹੁੰਦੇ ਸਨ। ਸਰੀਰ ਨੂੰ ਖੇਚਲਾ ਬੜਾ ਪੈਂਦਾ ਹੁੰਦਾ ਸੀ। ਸਰੀਰ ਖਾਲਸਾ ਜੀ ਬੇਆਰਾਮਾ ਰਹਿਣ ਕਰਕੇ ਢਿੱਲਾ ਜਿਹਾ ਰਹਿਣ ਲੱਗ ਪਿਆ। ਤੇ 1526 ਈਸਵੀ ਨੂੰ ਬਾਬਾ ਫੇਰੂ ਮੱਲ ਜੀ ਸੰਗਰ ਨਗਰ ਦੇ ਵਿੱਚ ਸਰੀਰ ਛੱਡ ਗਏ। ਇਹਨਾਂ ਦਾ ਸੰਸਕਾਰ ਕੀਤਾ ਗਿਆ। ਇੱਧਰ ਗੁਰੂ ਅੰਗਦ ਦੇਵ ਮਹਾਰਾਜ 22 ਸਾਲ ਦੇ ਹੋ ਗਏ ਨੇ। 1504 ਦਾ ਜਨਮ, 1521 ਨੂੰ ਖਾਲਸਾ ਜੀ ਵਿਆਹ ਹੋਇਆ 17 ਸਾਲਾਂ ਦੀ ਉਮਰ ਵਿੱਚ। ਤੇ 1522 ਨੂੰ ਇਹਨਾਂ ਦੇ ਘਰ ਵਿੱਚ ਵੱਡੇ ਪੁੱਤਰ ਦਾ ਜਨਮ ਹੋਇਆ, ਨਾਮ ਰੱਖਿਆ ਗਿਆ ਦਾਸ, ਜਿਹਨੂੰ ਇਤਿਹਾਸ ਵਿੱਚ ਆਪਾਂ ਦਾਸੂ ਜੀ ਕਹਿ ਕੇ ਵੀ ਪ੍ਰਸਿੱਧ ਨਾਮ ਲੈਂਦੇ ਆ। ਵੈਸੇ ਨਾਮ ਉਹਨਾਂ ਦਾ ਦਾਸ ਰੱਖਿਆ ਗਿਆ, ਦਾਸੂ ਜੀ। 2 ਸਾਲ ਬਾਅਦ 1524 ਨੂੰ ਪੁੱਤਰੀ ਦਾ ਜਨਮ ਹੋਇਆ, ਨਾਮ ਰੱਖਿਆ ਗਿਆ ਅਮਰੋ।
ਉਹਦੇ ਤੋਂ ਬਾਅਦ ਫਿਰ ਇੱਕ ਧੀ ਦਾ ਜਨਮ ਹੋਇਆ, ਨਾਮ ਰੱਖਿਆ ਗਿਆ ਅਨੋਖੀ ਜੀ। ਫਿਰ ਖਾਲਸਾ ਜੀ ਇੱਕ ਬੱਚੇ ਦਾ ਜਨਮ ਹੋਇਆ, ਪੁੱਤ ਦਾ ਨਾਮ ਰੱਖਿਆ ਗਿਆ ਦਾਤ, ਦਾਤੂ ਜੀ ਕਰਕੇ ਪ੍ਰਸਿੱਧ ਹੋਏ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਿਤਾ ਜੀ 1526 ਨੂੰ ਖਾਲਸਾ ਜੀ ਅਕਾਲ ਚਲਾਣਾ ਕਰ ਗਏ। ਘਰ ਦੀ ਸਾਰੀ ਜ਼ਿੰਮੇਵਾਰੀ ਦਾ ਬੋਝ ਇਹਨਾਂ ਦੇ ਮੋਢੇ ਤੇ ਆ ਗਿਆ। ਤੇ ਹੁਣ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਨੇ ਖਡੂਰ ਸਾਹਿਬ ਆ ਕਰਕੇ ਦੁਕਾਨ ਪਾ ਲਈ ਤੇ ਲੂਣ ਦੀ ਦੁਕਾਨ ਪਾਈ, ਲੂਣ ਦਾ ਵਪਾਰ ਕਰਦੇ ਸਨ। ਕਿਉਂਕਿ ਜਿਹੜਾ ਖਡੂਰ ਸਾਹਿਬ ਸੀ ਨਾ ਜੀ, ਲਾਹੌਰ ਦਿੱਲੀ ਨੂੰ ਜਾਣ ਵਾਲੀ ਜਰਨੈਲੀ ਸੜਕ ਦੇ ਉੱਪਰ ਸੀ ਤੇ ਲੋਕਾਂ ਦੀ ਆਵਾਜਾਈ ਬੜੀ ਹੁੰਦੀ ਸੀ। ਜਿਹੜੇ ਦਿੱਲੀੋਂ ਆਉਂਦੇ ਸਨ ਉਹ ਜਦੋਂ ਦਰਿਆ ਨੂੰ ਪਾਰ ਕਰਦੇ ਸੀ ਤੇ ਉਹ ਖਡੂਰ ਸਾਹਿਬ ਰੁਕਦੇ ਸਨ। ਆਵਾਜਾਈ ਹੋਣ ਕਰਕੇ ਉੱਥੇ ਵਪਾਰ ਬੜਾ ਹੁੰਦਾ ਸੀ। ਪਾਵਨ ਲਹਿਣਾ ਜੀਆਂ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਇੱਥੇ ਲੂਣ ਦਾ ਵਪਾਰ ਕੀਤਾ, ਕੰਮ ਬੜਾ ਚੱਲਿਆ। ਪਰ ਹਰ ਸਾਲ ਖਾਲਸਾ ਜੀ ਲਾਟਾਂ ਵਾਲੀ ਦੇਵੀ ਜਵਾਲਾਮੁਖੀ ਦੇ ਸੰਗ ਵੀ ਲੈ ਕੇ ਜਾਂਦੇ ਹੁੰਦੇ ਸੀ। ਇੱਕ ਵਾਰ ਜਦੋਂ ਇਹ ਖਾਲਸਾ ਜੋ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਸੀ, ਉਹ ਲਾਟਾਂ ਵਾਲੀ ਜਵਾਲਾਮੁਖੀ ਦੇਵੀ ਦਾ ਮੰਦਿਰ, ਉਥੇ ਪਹੁੰਚੇ ਹੋਏ ਤੇ ਉਥੇ ਇੱਕ ਫਕੀਰਾਂ ਜੋਗੀਆਂ ਮਹਾਂਪੁਰਸ਼ਾਂ ਦੀ ਮੰਡਲੀ ਵੀ ਉਤਰੀ ਹੋਈ। ਬਹੁਤ ਮਨ ਲਾ ਕਰਕੇ ਪਾਵਨ ਲਹਿਣਾ ਜੀਆਂ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਨੇ ਉਹਨਾਂ ਸਾਧੂਆਂ ਦੀ ਸੇਵਾ ਕੀਤੀ। ਉਹ ਬੜੇ ਖੁਸ਼ ਸਨ। ਉਥੇ ਆਪਸ ਵਿੱਚ ਵਿਚਾਰਾਂ ਚੱਲ ਰਹੀਆਂ ਸਨ ਕਿ ਇਸ ਕਲਯੁਗ ਦੇ ਸਮੇਂ ਵਿੱਚ ਕੋਈ ਪੂਰਨ ਪੁਰਖ ਹੈ, ਕੋਈ ਰੱਬ ਤੱਕ ਪਹੁੰਚਿਆ ਹੈ, ਕੋਈ ਰੱਬ ਦਾ ਰੂਪ ਹੈ। ਤੇ ਉਹਨਾਂ ਜੋਗੀਆਂ ਸਾਧੂਆਂ ਫਕੀਰਾਂ ਨੇ ਕਿਹਾ ਜੇ ਸਾਡਾ ਕੰਮ ਧਰਤੀ ਦਾ ਭਰਮਣ ਕਰਨਾ ਤੇ ਅੱਜ ਤੱਕ ਦਾ ਸਾਡਾ ਤਜਰਬਾ ਤੇ ਜੋ ਅਸੀਂ ਵੇਖਿਆ, ਜੋ ਦੇਖਿਆ, ਜੋ ਸੁਣਿਆ, ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਜੇ ਕੋਈ ਪੂਰਨ ਪੁਰਖ ਆ ਤਾਂ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆ, ਰੱਬ ਨੇ। ਤੇ ਇਸ ਸਮੇਂ ਕਰਤਾਰਪੁਰ ਸਾਹਿਬ ਉਹ ਰਹਿ ਰਹੇ ਨੇ। ਬਹੁਤ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ। ਆਪ ਰੱਬ ਨਾਲ ਜੁੜੇ, ਰੱਬ ਨਾਲ ਜੋੜਦੇ ਨੇ, ਸਰੀਰ ਨਾਲ ਨਹੀਂ ਜੁੜਦੇ, ਨਾ ਜੋੜਦੇ ਨੇ। ਤੇ ਪਾਵਨ ਲਹਿਣਾ ਜੀ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਇੱਕ ਖਿੱਚ ਜੀ ਵੱਜੀ ਕਿ ਹੁਣ ਮੈਂ ਪਿੰਡ ਜਾ ਕੇ ਤੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨਾ ਹੈ। ਇਹ ਜਦੋਂ ਵਾਪਸ ਆਪਣੇ ਪਿੰਡ ਖਡੂਰ ਸਾਹਿਬ ਆਏ ਤੇ ਖਾਲਸਾ ਜੀ ਹੁਣ ਘਰ ਦੇ ਕੰਮਾਂ ਕਾਰਾਂ 'ਚ ਖਚਤ ਹੋ ਗਏ। ਇਧਰੋਂ ਇਹਨਾਂ ਦੇ ਘਰੋਂ ਬੀਬੀ ਜੀ ਕਹਿਣ ਲੱਗੇ ਵੀ ਆਪਣੀ ਧੀ ਅਮਰੋ ਜਵਾਨ ਹੋਈ ਹੈ, ਇਹਨਾਂ ਦਾ ਵਿਆਹ ਕਰੀਏ। ਪੁੱਤ ਵੀ ਜਵਾਨ ਹੋ ਗਿਆ ਵੱਡਾ, ਬੱਚੇ ਜਵਾਨ ਹੋ ਗਏ ਨੇ। ਫਿਰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਨੇ ਬਾਬਾ ਮਾਣਕ ਚੰਦ ਦਾ ਪੁੱਤ ਸੀ ਜਸੂ। ਗੁਰੂ ਅਮਰਦਾਸ ਸਾਹਿਬ ਜੀ 4 ਭਰਾ ਨੇ। ਗੁਰੂ ਅਮਰਦਾਸ ਸਾਹਿਬ ਵੱਡੇ ਨੇ, ਦੂਸਰੇ ਨੇ ਖਾਲਸਾ ਜੀ ਉਹ ਬਾਬਾ ਮਾਣਕ ਚੰਦ ਜੀ, ਤੀਸਰੇ ਨੇ ਬਾਬਾ ਈਸ਼ਰ ਦਾਸ ਜੀ ਤੇ ਚੌਥੇ ਨੇ ਬਾਬਾ ਖੇਮ ਰਾਏ ਜੀ। ਜਿਹੜੇ ਬਾਬਾ ਈਸ਼ਰ ਦਾਸ ਸਨ ਉਹਨਾਂ ਦਾ ਪੁੱਤਰ ਸੀ ਭਾਈ ਗੁਰਦਾਸ ਸਾਹਿਬ ਤੇ ਜਿਹੜੇ ਬਾਬਾ ਖੇਮ ਰਾਏ ਜੀ ਸਨ ਗੁਰੂ ਅਮਰਦਾਸ ਸਾਹਿਬ ਦੇ ਤੀਸਰੇ ਭਰਾ ਬਾਬਾ ਖੇਮ ਰਾਏ ਜੀ, ਉਹਨਾਂ ਦਾ ਪੁੱਤਰ ਸੀ ਖਾਲਸਾ ਜੀ ਸਾਵਣ ਮੱਲ। ਇਹ ਸਾਵਣ ਮੱਲ ਉਹੋ ਹੀ ਆ ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਹਰੀਪੁਰ ਭੇਜਿਆ ਸੀ ਜਦੋਂ ਗੋਇੰਦਵਾਲ ਸਾਹਿਬ ਦੇ ਉਸਾਰੀਓ ਲੱਕੜਾਂ ਲਿਆਉਣ ਦੀ ਸੇਵਾ ਨਿਭਾਈ ਸੀ ਇਹਨਾਂ ਨੇ। ਤੇ ਤੀਸਰੇ ਗੁਰੂ ਅਮਰਦਾਸ ਸਾਹਿਬ ਦੇ ਭਰਾ ਨੇ ਬਾਬਾ ਮਾਣਕ ਚੰਦ। ਮਾਣਕ ਚੰਦ ਦਾ ਪੁੱਤ ਸੀ ਜਸੂ ਤੇ ਜਸੂ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੀ ਧੀ ਬੀਬੀ ਅਮਰੋ ਦਾ ਵਿਆਹ ਕੀਤਾ, ਆਨੰਦ ਕਾਰਜ ਕੀਤਾ। ਤੇ ਜਦੋਂ ਖਾਲਸਾ ਜੀ ਹੁਣ ਬੱਚੇ ਵੀ ਵਿਆਹ ਦਿੱਤੇ ਨੇ ਤੇ ਇਸੇ ਪਿੰਡ ਦਾ ਰਹਿਣ ਵਾਲਾ ਭਾਈ ਜੋਧ, ਉਹ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਸਿੱਖ ਸੱਜਿਆ ਹੋਇਆ ਸੀ ਤੇ ਬਹੁਤਾ ਸਮਾਂ ਉਹ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰਹਿ ਕੇ ਸੇਵਾ ਸਿਮਰਨ ਕਰਦਾ ਹੁੰਦਾ ਸੀ। ਕਦੇ ਕਦੇ ਪਿੰਡ ਫੇਰਾ ਪਾਉਣਾ। ਤੇ ਖਾਲਸਾ ਜੀ ਅੱਜ ਭਾਈ ਜੋਧ ਜੀ ਵੀ ਆਪਣੇ ਪਿੰਡ ਆਏ ਤੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਨਿਤਨੇਮ ਕਰ ਰਹੇ ਨੇ ਬਾਣੀਆਂ ਦਾ।
ਤੇ ਨਿਤਨੇਮ ਕਰਦਿਆਂ ਕਰਦਿਆਂ ਹੁਣ ਆਸਾ ਜੀਆਂ ਦੀ ਵਾਰ ਸ਼ੁਰੂ ਕਰ ਲਈ। ਤੇ ਆਸਾ ਜੀਆਂ ਦੀ ਵਾਰ ਬੜੇ ਪਿਆਰ ਦੇ ਨਾਲ, ਪ੍ਰੇਮ ਨਾਲ, ਭਾਵਨਾ ਨਾਲ ਪੜ੍ਹਦੇ ਨੇ ਤੇ ਪੜ੍ਹਦੇ ਕਿਤੇ ਤੁਰੇ ਜਾਂਦੇ ਹੋਣੇ ਨੇ। ਤੇ ਇੱਧਰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਵੀ ਅੰਮ੍ਰਿਤ ਵੇਲੇ ਉੱਠੇ ਹੋਏ ਨੇ, ਪਰ ਇੱਧਰ ਆਸਾ ਜੀਆਂ ਦੀ ਵਾਰ ਦੀ ਇੱਕ ਵੀ ਪੌੜੀ ਦਾ ਜਾਪ ਕਰ ਰਹੇ ਨੇ ਭਾਈ ਜੋਧ ਜੀ। ਜਿਤ ਸੇਵੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ, ਆਪਣਾ ਸਾ ਘਾਲ ਬੁਰੀ ਕਿਉ ਘਾਲੀਐ। ਮੰਦਾ ਮੂਲ ਨਾ ਕੀਚੀ ਦੇ, ਲੰਮੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਨਾ ਹਾਰੀਐ, ਤੇਵੇ ਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਜਦੋਂ ਪੌੜੀ ਪੜ ਰਹੇ ਸਨ ਤੇ ਗੁਰੂ ਅੰਗਦ ਸਾਹਿਬ ਨੇ ਸੁਣ ਲਈ ਤੇ ਨਾਲ ਹੀ ਹੋ ਤੁਰੇ, ਸਾਰੀ ਬਾਣੀ ਸੁਣੀ। ਤੇ ਫਿਰ ਜੋਧ ਜੀਆਂ ਨੂੰ ਪੁੱਛਿਆ, ਭਾਈ ਸਾਹਿਬ ਕਿੰਨਾਂ ਦੀ ਬਾਣੀ ਪੜ੍ਹਦੇ ਅੰਦਰ ਨੂੰ ਆਨੰਦ ਬੜਾ, ਸ਼ਾਂਤੀ ਬੜੀ ਆਈ ਹੈ। ਉਹਨਾਂ ਨੇ ਦੱਸਿਆ ਜੀ ਗੁਰੂ ਨਾਨਕ ਸਾਹਿਬ ਜੀਆਂ ਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ ਤੇ ਗੁਰੂ ਅੰਗਦ ਸਾਹਿਬ ਨੂੰ ਉਹ ਜੋਗੀਆਂ ਦੀ ਗੱਲ ਚੇਤੇ ਆ ਗਈ ਕਿ ਜੇ ਕੋਈ ਪੂਰਨ ਪੁਰਖ ਹੈ ਤਾਂ ਗੁਰੂ ਨਾਨਕ ਸਾਹਿਬ ਨੇ। ਕਰਤਾਰਪੁਰ ਸਾਹਿਬ ਰਹਿੰਦੇ ਨੇ। ਪੁੱਛਿਆ, ਭਾਈ ਜੋਧ ਜੀ ਉਹ ਗੁਰੂ ਨਾਨਕ ਸਾਹਿਬ ਕਿੱਥੇ ਨੇ? ਕਹਿਣ ਲੱਗੇ ਜੀ ਕਰਤਾਰਪੁਰ ਸਾਹਿਬ ਰਹਿੰਦੇ। ਤੇ ਉਸੇ ਸਮੇਂ ਖਾਲਸਾ ਜੀਓ ਜਿਹੜਾ ਸੀ ਨਾ ਦੁਕਾਨ ਦਾ ਕੰਮ, ਉਹ ਤਾਂ ਆਪਣੇ ਵੱਡੇ ਪੁੱਤ ਨੂੰ ਸੰਭਾਲ ਦਿੱਤਾ। ਤੇ ਜਿਹੜਾ ਵਪਾਰ ਦਾ ਕੰਮ ਸੀ, ਇਹ ਪਾਵਨ ਲਹਿਣਾ ਜੀ ਨੇ ਆਪਣੇ ਬਹੁਤ ਹੀ ਭਰੋਸੇਯੋਗ ਇੱਕ ਸੇਵਾਦਾਰ ਨੌਕਰ ਨੂੰ ਸੰਭਾਲ ਦਿੱਤਾ। ਤੇ ਆਪ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਕੇ ਤੇ ਖਾਲਸਾ ਜੀ ਪਿੰਡ ਵਾਲਿਆਂ ਨੂੰ, ਆਪਣੇ ਸਤ ਸੰਗੀਆਂ ਨੂੰ ਕਿਹਾ ਵੀ ਆ ਐਰਕਾਂ ਜਦੋਂ ਆਪਾਂ ਨੇ ਜਵਾਲਾ ਜੀਆਂ ਦੇ ਜਾਣਾ ਨਾ, ਦੇਵੀ ਦੇ ਸੰਗ ਲੈ ਕੇ, ਆਪਾਂ ਕਰਤਾਰਪੁਰ ਸਾਹਿਬ ਨਾਨਕ ਤਪੇ ਦਾ ਦਰਸ਼ਨ ਕਰਕੇ ਜਾਣਾ। ਉਹ ਸਤ ਸੰਗੀ ਵੀ ਮੰਨ ਗਏ। ਫਿਰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਇਹ ਸਤ ਸੰਗਤ ਲੈ ਕਰਕੇ ਕਰਤਾਰਪੁਰ ਸਾਹਿਬ ਦੀ ਹੁੰਦਿਆਂ ਹੋਇਆਂ ਇਹਨਾਂ ਨੇ ਗਾਹ ਜਾਣਾ ਸੀ। ਜਦੋਂ ਕਰਤਾਰਪੁਰ ਸਾਹਿਬ ਪਹੁੰਚੇ ਨੇ ਤੇ ਸਤ ਸੰਗੀਆਂ ਨੂੰ ਕਿਹਾ ਤੁਸੀਂ ਇੱਥੇ ਰੁਕੋ, ਮੈਂ ਕਰਤਾਰਪੁਰ ਸਾਹਿਬ ਅੰਦਰ ਜਾ ਕੇ ਨਾਨਕ ਤਪਾ ਜੀਆਂ ਦਾ ਦੀਦਾਰ ਕਰਕੇ ਆਨਾ। ਘੋੜੀ ਤੇ ਚੜ੍ਹ ਕੇ ਗੁਰੂ ਅੰਗਦ ਦੇਵ ਮਹਾਰਾਜ ਪਾਵਨ ਲਹਿਣਾ ਜੀਆਂ ਦੇ ਰੂਪ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਨੂੰ ਗਏ ਤੇ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰ ਬਿਰਾਜੇ ਹੋਏ ਸਨ। ਅੰਤਰਜਾਮੀ ਜਾਣ ਗਏ ਕਿ ਸਾਡੀ ਗੱਦੀ ਦੇ ਮਾਲਕ ਆ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰੋਂ ਬਾਹਰ ਨਿਕਲੇ ਨੇ। ਇਧਰੋਂ ਪਾਵਨ ਲਹਿਣਾ ਜੀ ਘੋੜੀ ਤੇ ਚੜ੍ਹ ਕੇ ਜਾ ਰਹੇ, ਉਧਰੋਂ ਗੁਰੂ ਨਾਨਕ ਦੇਵ ਮਹਾਰਾਜ ਮਿਲ ਗਏ। ਤੇ ਪਾਵਨ ਲਹਿਣਾ ਜੀਆਂ ਨੇ ਪੁੱਛਿਆ, ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਜਾਣਾ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਘਰ ਦਾ ਰਸਤਾ ਦੱਸ ਦਿਓ। ਹੁਣ ਗੁਰੂ ਨਾਨਕ ਸਾਹਿਬ ਦੇ ਘਰ ਦਾ ਰਸਤਾ ਤੇ ਗੁਰੂ ਨਾਨਕ ਸਾਹਿਬ ਹੀ ਦੱਸ ਸਕਦੇ ਆ ਨਾ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਆ ਜਾਓ ਫਿਰ ਤੁਹਾਨੂੰ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਲੈ ਚੱਲਦੇ ਆ। ਤੇ ਖਾਲਸਾ ਜੀ ਘੋੜੇ ਤੇ ਚੜੇ ਨੇ। ਗੁਰੂ ਅੰਗਦ ਸਾਹਿਬ ਲਹਿਣਾ ਜੀਆਂ ਦੇ ਰੂਪ ਵਿੱਚ ਘੋੜੀ ਦੀਆਂ ਲਗਾਮਾਂ ਫੜ ਲੀਆਂ ਗੁਰੂ ਨਾਨਕ ਸਾਹਿਬ ਨੇ। ਗੁਰਬਾਣੀ ਦੇ ਵਿੱਚ ਖਾਲਸਾ ਜੀ ਘੋੜੀਆਂ ਨਾਮ ਦੀ ਬਾਣੀ ਆਉਂਦੀ ਹੈ। ਘੋੜੀਆਂ ਨਾਮ ਦੇ ਸਿਰਲੇਖ ਹੇਠਾਂ ਸ਼ਬਦ ਉਚਾਰਨ ਕੀਤਾ ਹੈ। ਉਥੇ ਸਾਡੀ ਸਰੀਰ ਨੂੰ, ਇਸ ਕਾਇਆ ਨੂੰ ਘੋੜੀ ਦੱਸਿਆ ਆ। ਉਹ ਜਿਵੇਂ ਗੁਰੂ ਅੰਗਦ ਸਾਹਿਬ ਨੇ ਆਪਣੀ ਘੋੜੀ ਦੀਆਂ ਲਗਾਮਾਂ ਗੁਰੂ ਨਾਨਕ ਸਾਹਿਬ ਨੂੰ ਫੜਾਈਆਂ, ਕਿਤੇ ਆਪਾਂ ਵੀ ਇਸ ਸਰੀਰ ਕਾਇਆ ਰੂਪੀ ਘੋੜੀ ਦੀਆਂ ਲਗਾਮਾਂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਨੂੰ ਫੜਾ ਲਈਏ ਤੇ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਘਰ ਤੱਕ, ਸੱਚਖੰਡ ਤੱਕ ਆਪਣੇ ਆਪ ਲੈ ਜਾਣਾ। ਲਗਾਮਾਂ ਫੜਾਈਏ ਤਾਂ ਸਹੀ ਆਪਾਂ। ਜਿੱਥੇ ਕਿਤੇ ਖਾਲਸਾ ਜੀ ਸਾਡੇ ਇਸ ਸਰੀਰ ਰੂਪੀ ਘੋੜੀ ਨੇ ਅੜਨ ਦਾ ਯਤਨ ਕੀਤਾ ਤੇ ਬਾਬਾ ਕਬੀਰ ਜੀ ਕਹਿਣਗੇ ਉਦੋਂ ਪ੍ਰੇਮ ਦੇ ਚਾਬੁਕ ਮਾਰੇ ਜਾਣਗੇ ਤੇ ਪ੍ਰੇਮ ਦੇ ਨਾਲ ਫਿਰ ਇਸ ਨੂੰ ਅਗਾਂਹ ਤੋਰਿਆ ਜਾਏਗਾ, ਪਹੁੰਚਾਇਆ ਜਾਏਗਾ ਗੁਰੂ ਨਾਨਕ ਸਾਹਿਬ ਦੇ ਘਰ ਸੱਚਖੰਡ। ਖੈਰ ਖਾਲਸਾ ਜੀ ਗੁਰੂ ਨਾਨਕ ਦੇਵ ਮਹਾਰਾਜ ਧਰਮਸ਼ਾਲਾ ਦੇ ਪਾਸ ਲੈ ਗਏ ਤੇ ਕਹਿਣ ਲੱਗੇ, ਪੁਰਖਾ ਤੁਸੀਂ ਉਹ ਕਿਲੇ ਦੇ ਨਾਲ ਘੋੜੀ ਬੰਨੋ ਤੇ ਸਰਾਂ ਵਿੱਚ ਚਲੇ ਜਾਓ, ਧਰਮਸ਼ਾਲਾ ਚਲੇ ਜਾਓ।
ਇਧਰੋਂ ਗੁਰੂ ਨਾਨਕ ਸਾਹਿਬ ਜੀ ਆਪ ਧਰਮਸ਼ਾਲਾ 'ਚ ਜਾ ਕੇ ਗੁਰਤਾ ਗੱਦੀ ਸਿੰਘਾਸਣ ਤੇ ਬੈਠ ਕੇ ਸੰਗਤ ਹੋ ਰਹੀ ਆ। ਇਧਰੋਂ ਘੋੜੀ ਬੰਨ ਕੇ ਪਾਵਨ ਲਹਿਣਾ ਜੀ ਅੰਦਰ ਗਏ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸਿੰਘਾਸਣ ਤੇ ਦੇਖਿਆ, ਸੰਗਤਾਂ ਬੈਠੀਆਂ ਨੇ, ਤੇ ਦੇਖ ਕਰਕੇ ਸੋਚਣ ਲੱਗੇ ਉਹ ਹੋਏ ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਮੇਰੇ ਘੋੜੀ ਦੀਆਂ ਲਗਾਮਾਂ ਫੜ ਕੇ ਲੈ ਕੇ ਆਏ ਨੇ। ਅਸਲ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਤੱਕ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕੋਈ ਨਹੀਂ ਲਿਜਾ ਸਕਦਾ ਜੀ, ਗੁਰੂ ਸਾਹਿਬ ਹੀ ਲਿਜਾ ਸਕਦੇ। ਸੱਚਖੰਡ ਜਾਣਾ ਤਾਂ ਸੱਚਖੰਡ ਤੋਂ ਆਈ ਹੋਈ ਬਾਣੀ ਦੇ ਨਾਲ ਹੀ ਜੋੜਨਾ ਪੈਣਾ। ਇਹ ਬਾਣੀ ਹੀ ਸੱਚਖੰਡ ਤੱਕ ਲਿਜਾ ਸਕਦੀ ਆ, ਨਾ ਕਿਸੇ ਧਾਗੇ ਨੇ ਲਿਜਾਣਾ, ਨਾ ਤਵੀਤ ਨੇ ਲਿਜਾਣਾ, ਨਾ ਮੜੀ ਨੇ, ਨਾ ਮਸਾਣ ਨੇ, ਕਿਸੇ ਨੇ ਨਹੀਂ ਲਿਜਾਣਾ। ਸੱਚਖੰਡ ਤੋਂ ਆਈ ਬਾਣੀ ਸੱਚਖੰਡ ਲੈ ਕੇ ਜਾਏਗੀ। ਜੁੜ ਜਾਈਏ ਬਾਣੀ ਦੇ ਨਾਲ, ਆਪ ਸਹਿਜ ਪਾਠ ਕਰਿਆ ਕਰੀਏ, ਬਾਣੀ ਪੜ੍ਹਿਆ ਕਰੀਏ। ਤੋ ਖਾਲਸਾ ਜੀਓ, ਜਦੋਂ ਮੱਥਾ ਟੇਕ ਕੇ ਆਪਣੇ ਆਪ ਵਿੱਚ ਰੋਸ ਕੀਤਾ, ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਰੋਸ ਨਾ ਕਰੋ, ਉਦਾਸ ਨਾ ਹੋ। ਤੁਹਾਡਾ ਨਾਂ ਕੀ ਆ? ਕਹਿਣ ਲੱਗੇ ਜੀ ਲਹਿਣਾ। ਮਹਾਰਾਜ ਕਹਿੰਦੇ ਜਿਹੜੇ ਲੈਣ ਵਾਲੇ ਹੁੰਦੇ ਨਾ, ਲੈਣ ਵਾਲੇ, ਉਹ ਘੋੜੀਆਂ ਤੇ ਚੜ੍ਹ ਕੇ ਆਉਂਦੇ ਹੁੰਦੇ, ਜਿਨ੍ਹਾਂ ਨੇ ਦੇਣਾ ਹੋਵੇ ਉਹ ਤੁਰ ਕੇ ਜਾਂਦੇ ਹੁੰਦੇ ਆ। ਤੁਸੀਂ ਲੈਣਾ, ਅਸੀਂ ਦੇਣਾ। ਉਹ ਪਹਿਲੇ ਦਿਨ ਹੀ ਬਚਨ ਹੋ ਗਏ ਸੀ ਕਿ ਤੁਸੀਂ ਨੇ ਗੁਰਤਾ ਗੱਦੀ ਨੂੰ ਲੈਣਾ ਤੇ ਅਸੀਂ ਤੁਹਾਨੂੰ ਗੁਰਤਾ ਗੱਦੀ ਦੇਣੀ ਆ। ਤੋ ਖਾਲਸਾ ਜੀ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਰਹੇ, ਬੜਾ ਪ੍ਰਭਾਵ ਪਿਆ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਬਚਨਾਂ ਦਾ, ਇਹਨਾਂ ਕੌਤਕਾਂ ਦਾ। ਤੇ ਇੱਥੇ ਹੀ ਖਾਲਸਾ ਜੀ ਕਈਆਂ ਨੇ ਲਿਖਿਆ ਕਿ ਰਾਤ ਨੂੰ ਗੁਰੂ ਅੰਗਦ ਸਾਹਿਬ ਮਹਾਰਾਜਿਆਂ ਨੂੰ ਸੁਪਨਾ ਆਇਆ। ਕਈਆਂ ਨੇ ਲਿਖਿਆ ਵੀ ਰਾਤ ਨੂੰ ਪ੍ਰਤੱਖ ਗੁਰੂ ਅੰਗਦ ਦੇਵ ਮਹਾਰਾਜ ਨੇ ਦੇਖਿਆ। ਅੱਜ ਜਦੋਂ ਕੌਤਕ ਹੋ ਗਿਆ ਸੀ ਨਾ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਾ, ਤੇ ਇਹ ਆਪਣੇ ਸੰਗੀਆਂ ਦੇ ਪਾਸ ਆ ਕੇ ਕਹਿਣ ਲੱਗੇ ਭਾਈ ਤੁਸੀਂ ਜਾਣਾ ਤੇ ਚਲੇ ਜਾਓ, ਅਸੀਂ ਤੇ ਹੁਣ ਜਵਾਲਾ ਦੇਵੀ ਦੇ ਨਹੀਂ ਜਾਣਾ। ਉਹਨਾਂ ਨੇ ਬਹੁਤ ਇਹਨਾਂ ਨੂੰ ਸਮਝਾਇਆ ਪਰ ਇਹਨਾਂ ਨੇ ਗੱਲ ਨਾ ਮੰਨੀ। ਫਿਰ ਉਹਨਾਂ ਨੇ ਦੇਵੀ ਦੇ ਸਰਾਪ ਦਾ ਡਰ ਦਿੱਤਾ, ਤੁਹਾਨੂੰ ਸਰਾਪ ਲੱਗਣਾ, ਫਲਾਣਾ ਢਿੰਗ। ਉਹ ਕਹਿੰਦਾ ਜੋ ਮਰਜੀ ਬੋਲੀ ਜਾਓ, ਹੁਣ ਨਹੀਂ ਜੇ ਮੈਂ ਜਾਣਾ। ਸਾਰੇ ਸੰਸਾਰ ਦਾ ਮਾਲਕ ਮਿਲ ਗਿਆ, ਤੁਸੀਂ ਭਰੋਸਾ ਨਹੀਂ ਕਰਨਾ। ਮੈਂ ਭਰੋਸਾ ਕਰ ਲਿਆ, ਮਾਲਕ ਨੂੰ ਛੱਡ ਕੇ ਹੁਣ ਸੇਵਾਦਾਰਾਂ ਦੇ ਕੋਲ ਨਹੀਂ ਜੇ ਜਾਇਆ ਜਾਣਾ ਮੇਰੇ ਕੋਲ। ਤੋ ਖਾਲਸਾ ਜੋ ਆਖਰਕਾਰ ਉਹ ਸਤ ਸੰਗੀ ਚਲੇ ਗਏ, ਗੁਰੂ ਅੰਗਦ ਦੇਵ ਮਹਾਰਾਜ ਇੱਥੇ ਰਹਿ ਗਏ। ਰਾਤ ਨੂੰ ਚਾਹੇ ਉਹ ਪ੍ਰਤੱਖ ਦਰਸ਼ਨ ਹੋਏ ਦੇਵੀਆਂ ਦੇ, ਜਾਂ ਸੁਪਨੇ 'ਚ ਹੋਏ, ਪਤਾ ਚੱਲ ਗਿਆ ਕਿ ਜਿਨ੍ਹਾਂ ਦੇਵੀਆਂ ਦੇ ਪਾਸ ਇੰਨੀ ਦੂਰ ਪੈਂਡਾ ਤੈਅ ਕਰਕੇ ਸਮਾਂ ਵੀ ਬਹੁਤ ਲੱਗਦਾ ਸੀ, ਸਰੀਰ ਨੂੰ ਖੇਚਲ ਵੀ ਬੜੀ ਹੁੰਦੀ, ਖਰਚਾ ਵੀ ਹੁੰਦਾ ਸੀ, ਜਾਈਦਾ ਸੀ, ਉਹ ਦੇਵੀਆਂ ਤੇ ਗੁਰੂ ਨਾਨਕ ਦੇ ਦਰ ਤੇ ਝਾੜੂ ਦੇ ਰਹੀਆਂ ਨੇ। ਤੋ ਖਾਲਸਾ ਜੀ, ਉਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਫਿਰ 3-4 ਦਿਨ ਰਹੇ ਨੇ। ਫਿਰ ਮਨ ਵਿੱਚ ਸੋਚਿਆ ਮਨਾ ਹੁਣ ਇੱਕ ਵਾਰ ਪਿੰਡ ਜਾਈਏ। ਪਿੰਡੋਂ ਫਿਰ 10 ਭਾ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਦੇ ਪਾਸ ਆਈਏ। ਇਹ ਆਗਿਆ ਲੈ ਕੇ ਪਿੰਡ ਗਏ ਤੇ ਪਿੰਡ ਜਾ ਕਰਕੇ ਖਾਲਸਾ ਜੀ ਉਹ 1-2 ਦਿਨ ਥੋੜਾ ਜਿਹਾ ਦਿਨ ਰਹੇ ਪਰ ਮਨ ਲੱਗਿਆ ਨਾ। ਇੱਕ ਬਹੁਤ ਵੱਡੀ ਲੂਣ ਦੀ ਪੰਡ ਆਪਣੇ ਦੇ ਸਿਰ ਤੇ ਚੁੱਕ ਲਈ ਵੀ ਗੁਰੂ ਨਾਨਕ ਸਾਹਿਬ ਨੂੰ ਕੁਝ ਨਾ ਕੁਝ ਅਰਪਣ ਕਰਨਾ ਆ। ਲੂਣ ਦਾ ਵਪਾਰ ਕਰਦੇ ਸਨ। ਲੂਣ ਦੀ ਪੰਡ ਸਿਰ ਤੇ ਚੁੱਕ ਲਈ, ਇੱਕ ਚਟਾਈ ਆਪਣੀ ਕੱਛ 'ਚ ਲੈ ਲਈ ਤੇ ਜਦੋਂ ਲੈ ਕੇ ਤੁਰਨ ਲੱਗੇ ਨਾ ਜੀ, ਤੇ ਇਹਨਾਂ ਦਾ ਨੌਕਰ ਆਇਆ ਤੇ ਕਹਿਣ ਲੱਗਾ ਜੀ ਜੇ ਮੈਨੂੰ ਹੁਕਮ ਕਰੋ ਤੇ ਮੈਂ ਲੂਣ ਦੀ ਪੰਡ ਚੁੱਕ ਕੇ, ਚਟਾਈ ਚੁੱਕ ਕੇ ਤੁਹਾਡੇ ਨਾਲ ਲੈ ਚੱਲਦਾ, ਛੱਡ ਆਉਣਾ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਸ ਦਰ ਤੇ ਚੱਲਿਆ ਉਸ ਦਰ ਤੇ ਮਾਲਕ ਬਣ ਕੇ ਨਹੀਂ ਜੇ ਜਾਇਆ ਜਾਣਾ। ਉਸ ਦਰ ਤੇ ਖੁਦ ਸੇਵਾਦਾਰ ਬਣ ਕੇ ਜਾਈਏ ਤੇ ਪ੍ਰਵਾਨ ਹੋਣਾ ਆ। ਗੱਲਾਂ ਨੂੰ ਸਮਝਿਓ, ਇਹ ਗੁਣ ਨੇ, ਇਹ ਟੂਕ ਮਾਤਰ ਇਸ਼ਾਰੇ ਨੇ। ਔਰ ਜਦੋਂ ਵੀ ਗੁਰੂ ਘਰ ਦੇ ਵਿੱਚ ਆਓ ਉਹਦਾ ਅਹੁਦੇਦਾਰ ਮਾਲਕ ਬਣ ਕੇ ਨਾ ਆਓ, ਉਦੋਂ ਸੇਵਾਦਾਰ ਨਿਮਰਤਾ ਵਾਲੇ ਬਣ ਕੇ ਆਓ। ਅੱਜ ਜੋ ਪਾਵਨ ਲਹਿਣਾ ਜੀਆਂ ਨੇ ਚਟਾਈ ਆਪਣੀ ਕੱਛ 'ਚ ਲਈ ਆ, ਉਹ ਚਟਾਈ ਕੀ ਦਰਸਾਉਂਦੀ ਆ? ਬਾਬਾ ਫਰੀਦ ਜੀਆਂ ਨੂੰ ਪੜ੍ਹੋ। ਫਰੀਦਾ ਇੱਕ ਦੱਜ ਹੈ, ਬਿਆ ਲਤਾੜੀ ਹੈ,
ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜਾ ਸਭ, ਇੱਕ ਦੱਜਹ ਬਿਆ ਲਤਾੜੀਐ, ਤਾਂ ਸਾਈਂ ਦਾ ਦਰ ਵਾੜੀਐ। ਕਹਿੰਦਾ ਕਦੇ ਪਹੇ ਦੀ ਰਸਤੇ ਦੀ ਦੱਬ ਵੇਖੀ ਜੇ ਕਾਈ, ਉਹਨੂੰ ਕੋਈ ਹੱਥ ਲਾਵੇ ਤਾਂ ਉਹਦੇ ਕਸੀਰ ਹੱਥਾਂ ਨੂੰ ਚੀਰ ਦਿੰਦੇ ਨੇ, ਪਰ ਉਸੇ ਹੀ ਦੱਬ ਨੂੰ ਕਾਈ ਨੂੰ ਜੁਗਤੀ ਨਾਲ ਵੱਢ ਕੇ ਸੁਕਾ ਕੇ ਫਿਰ ਉਹਨੂੰ ਲਤਾੜਿਆ ਕੁੱਟਿਆ ਜਾਂਦਾ, ਮੁਲਾਇਮ ਹੋ ਜਾਏ, ਫਿਰ ਹੱਥਾਂ ਨਾਲ ਫੜ ਕੇ ਉਹਦੀ ਚਟਾਈ ਬਣਾਈ ਜਾਂਦੀ ਆ। ਉਸ ਮੁਲਾਇਮ ਕਾਈ ਦੀ ਦੱਬ ਦੀ ਬਣੀ ਹੋਈ ਚਟਾਈ ਨੂੰ ਹੁਣ ਫਿਰ ਗੁਰਦੁਆਰਿਆਂ 'ਚ, ਧਾਰਮਿਕ ਸਥਾਨਾਂ 'ਚ, ਘਰਾਂ 'ਚ ਵਿਛਾ ਕੇ ਉੱਪਰ ਚੌਂਕੜਾ ਮਾਰ ਕੇ ਬੈਠਾ ਜਾਂਦਾ। ਹੁਣ ਡਰ ਕੋਈ ਨਹੀਂ, ਉਹਨਾਂ ਨੂੰ ਪਤਾ ਸੀ ਕਿ ਜਿਹੜੀ ਕਾਈ ਦੇ ਪਹਿਲੋਂ ਕਸੀਰ ਵੱਜਦੇ ਸੀ ਉਹ ਹੁਣ ਮੁਲਾਇਮ ਹੋਣ ਕਰਕੇ ਟੁੱਟ ਗਏ ਨੇ, ਖਤਮ ਹੋ ਗਏ ਨੇ, ਇਹਦਾ ਆਪਣਾ ਵਜੂਦ ਖਤਮ ਹੋ ਗਿਆ। ਹੁਣ ਇਹ ਸਾਡੀ ਸੇਵਾ ਵਾਸਤੇ ਹਾਜ਼ਰ ਹੈ। ਚਟਾਈ ਦਾ ਅਰਥ ਇਹ ਸੀ ਕਿ ਆਪਣਾ ਹੰਕਾਰ ਛੱਡ ਕੇ ਨਿਮਰਤਾ ਵਿੱਚ ਆ ਜਾਣਾ, ਸੇਵਾਦਾਰ ਭਾਵਨਾ ਬਣਾਉਣੀ। ਤੇ ਲੂਣ ਦਾ ਅਰਥ ਸੀ ਕਿ ਜਿਵੇਂ ਲੋੜ ਸਮੁੰਦਰ ਵਿੱਚ ਪਾਇਆ, ਸਮੁੰਦਰ ਦਾ ਅੰਤ ਨਹੀਂ ਲੈ ਸਕਦਾ। ਸਮੁੰਦਰ ਵਿੱਚ ਲੂਣ ਸੁੱਟ ਦਿਓ, ਥੱਲੇ ਨੂੰ ਜਾਂਦਾ 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 ਲੂਣ ਦਾ ਅੰਤ ਹੋ ਜਾਏਗਾ, ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕੇਗਾ। ਐਵੇਂ ਗੁਰੂ ਨਾਨਕ ਰੂਪ ਸਮੁੰਦਰ ਨੇ, ਉਹਨਾਂ ਦਾ ਅੰਤ ਤਾਂ ਨਹੀਂ ਲਿਆ ਜਾ ਸਕਦਾ, ਪਰ ਆਪਣਾ ਅੰਤ ਹੋ ਜਾਏਗਾ, ਆਪਣਾ ਆਪਾ ਭਾਵ ਖਤਮ ਹੋ ਜਾਏਗਾ। ਉਹ ਪੜ੍ਹੋ ਗੁਰੂ ਅੰਗਦ ਸਾਹਿਬ ਜੀਆਂ ਦੀ ਬਾਣੀ, ਉਹ ਕੀ ਕਹਿੰਦੇ ਨੇ? ਅੱਖੀ ਬਾਝੋਂ ਵੇਖਣਾ, ਵਿਣ ਹੱਥਾਂ ਕਰਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭਾ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਖਾਲਸਾ ਜੀ, ਅੱਖਾਂ ਤੋਂ ਬਿਨਾਂ ਵੇਖਣਾ, ਪੈਰਾਂ ਤੋਂ ਬਿਨਾਂ ਚੱਲਣਾ, ਹੱਥਾਂ ਤੋਂ ਬਿਨਾਂ ਕੰਮ ਕਰਨਾ, ਇਸ ਤਰ੍ਹਾਂ ਦੀ ਅਵਸਥਾ ਹੋਣੀ ਚਾਹੀਦੀ। ਇਹਨੂੰ ਕਹਿੰਦੇ ਨੇ ਆਪਾ ਭਾ ਖਤਮ ਹੋ ਜਾਣਾ। ਇਹੋ ਕਹਿਣਾ ਕਿ ਮਹਾਰਾਜ ਨਾ ਤਾਂ ਮੈਂ ਕੁਝ ਕੀਤਾ, ਨਾ ਕਰ ਸਕਦਾ, ਨਾ ਮੈਂ ਕੁਝ ਕਰ ਸਕਦਾ, ਨਾ ਮੈਂ ਕੁਝ ਕਰ ਹੀ ਸਕਦਾ। ਤੋ ਖਾਲਸਾ ਜੀਓ, ਗੁਰੂ ਅੰਗਦ ਮਹਾਰਾਜ ਲੂਣ ਦੀ ਪੰਡ ਤੇ ਚਟਾਈ ਲੈ ਕੇ ਕਰਤਾਰਪੁਰ ਸਾਹਿਬ ਪਹੁੰਚੇ ਨੇ ਤੇ ਘਰ ਗਏ। ਮਾਤਾ ਸੁਲੱਖਣੀ ਜੀ ਨੇ ਪੰਡ ਥੱਲੇ ਰੱਖੀ। ਮਹਾਰਾਜ ਗੁਰੂ ਅੰਗਦ ਸਾਹਿਬ ਨੇ ਮਾਤਾ ਜੀ ਨੂੰ ਨਮਸਕਾਰ ਕਰਕੇ ਪੁੱਛਿਆ, ਮਾਤਾ ਜੀ ਗੁਰੂ ਸਾਹਿਬ ਕਿੱਥੇ ਨੇ? ਮਾਤਾ ਜੀ ਕਹਿਣ ਲੱਗੇ ਖੇਤਾਂ 'ਚ ਕੰਮ ਕਰਦੇ ਨੇ। ਗੁਰੂ ਅੰਗਦ ਮਹਾਰਾਜ ਖੇਤਾਂ 'ਚ ਹੀ ਚਲੇ ਗਏ। ਆਪਣੇ ਸੁਭਾਅ ਕੀ ਹੁੰਦੇ ਨੇ, ਕਿਤੇ ਜਾਈਏ ਤੇ ਕਿੱਥੇ ਗਏ ਜੀ? ਖੇਤਾਂ 'ਚ ਗਏ। ਤੇ ਪਲੰਘ ਤੇ ਫਿਰ ਬਹਿ ਜਨੇ ਚੌਂਕੜਾ ਮਾਰ ਕੇ, ਆਓ ਜੀ ਪੱਖਾ ਚਲਾ ਦਿਓ, ਜਲ ਪਾਣੀ ਲਿਆਓ ਛਕੀਏ। ਉੱਥੇ ਚੌੜੇ ਹੋ ਕੇ ਬੈਠੇ ਰਹਿੰਦੇ ਆ। ਪਰ ਜੇ ਕੁਝ ਲੈਣਾ ਨਾ, ਫਿਰ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਪੜ੍ਹੋ। ਫਿਰ ਖੇਤਾਂ 'ਚ ਹੀ ਚਲੇ ਗਏ ਤੇ ਖੇਤਾਂ ਵਿੱਚ ਕੀ ਵੇਖਿਆ? ਗੁਰੂ ਨਾਨਕ ਸਾਹਿਬ ਜੀ ਫਸਲ ਵਿੱਚੋਂ ਨਦੀਨ ਕੱਢ ਰਹੇ ਸਨ, ਕੱਖ ਕੱਢ ਰਹੇ ਸਨ। ਤੇ ਗੁਰੂ ਅੰਗਦ ਮਹਾਰਾਜ ਜਿਨ੍ਹਾਂ ਨੇ ਖੇਤੀ ਕਦੇ ਕੀਤੀ ਨਹੀਂ ਸੀ, ਉਹ ਵੀ ਖਾਲਸਾ ਜੀ ਬੈਠ ਗਏ ਤੇ ਕੱਖ ਦੀ ਪਛਾਣ ਨਹੀਂ ਸੀ, ਫਸਲ ਦੀ ਪਹਿਚਾਣ ਨਹੀਂ ਸੀ। ਅਜੇ ਜਦੋਂ ਛੋਟੇ ਛੋਟੇ ਬੂਟੇ ਹੁੰਦੇ, ਦੋਵੇਂ ਹਰੇ ਇੱਕੋ ਜਿਹੇ ਲੱਗਦੇ ਨੇ। ਤੇ ਗੁਰੂ ਅੰਗਦ ਸਾਹਿਬ ਜੀ ਨੇ ਕਿਤੇ ਫਸਲ ਦੇ ਇੱਕ ਦੋ ਬੂਟੇ ਪੁੱਟ ਦਿੱਤੇ ਹੋਣੇ ਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਦੇਖ ਕੇ ਕਹਿਣ ਲੱਗੇ, ਪੁਰਖਾ ਤੁਸੀਂ ਪੁੱਟਣੇ ਨਹੀਂ, ਤੁਸੀਂ ਲਾਉਣੇ ਆ। ਪੁੱਟਣਾ ਨਹੀਂ, ਤੁਸੀਂ ਲਾਉਣਾ ਆ, ਰਹਿਣ ਦਿਓ। ਤੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਜੇ ਮੈਂ ਇੱਕ ਸੇਵਾ ਨਹੀਂ ਕਰ ਸਕਦਾ, ਫਿਰ ਹੋਰ ਕੋਈ ਸੇਵਾ ਦਿਓ। ਮਹਾਰਾਜ ਨੇ ਕਾਫੀ ਕੱਖ ਪੱਠੇ ਨਦੀਨ ਕੱਢ ਲਿਆ ਸੀ। ਤੋ ਖਾਲਸਾ ਜੀ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਪੱਠਿਆਂ ਦੀ ਪੰਡ ਚੁੱਕ ਕੇ ਘਰ ਲੈ ਜਾਓ। ਗਿੱਲੇ ਪੱਠੇ, ਕੁਝ ਗਾਰਾ ਲੱਗਿਆ ਹੋਇਆ, ਗਾਰਾ ਵੀ ਪਾਣੀ ਚੋ ਰਿਹਾ। ਗੁਰੂ ਅੰਗਦ ਸਾਹਿਬ ਨੇ ਇਹ ਨਹੀਂ ਕਿਹਾ ਵੀ ਆ ਮੈਨੂੰ ਮਹਿੰਗਾ ਚੋਲਾ ਲਾ ਲੈਣ ਦਿਓ। ਛੇਤੀ ਦੇ ਨਾਲ ਆਪਣਾ ਸਿਰ ਥੱਲੇ ਕਰ ਦਿੱਤਾ, ਸਿਰ ਤੇ ਪੰਡ ਚੱਕ ਲਈ ਤੇ ਪਾਣੀ ਚੋਂਦਾ, ਨਾਲ ਕੁਝ ਗਾਰੇ ਦੀਆਂ ਬੂੰਦਾਂ ਵੀ ਡਿੱਗ ਰਹੀਆਂ ਨੇ, ਕੱਪੜੇ ਗੰਦੇ ਹੋ ਗਏ ਨੇ। ਘਰ ਜਾ ਕੇ ਪੰਡ ਸੁੱਟੀ, ਗਾਵਾਂ ਮੱਝਾਂ ਨੂੰ ਚਾਰਾ ਪਾਇਆ। ਤੇ ਮਾਤਾ ਸੁਲੱਖਣੀ ਜੀਆਂ ਨੇ ਦੇਖਿਆ ਸਾਰਾ ਮਾਜਰਾ, ਕੌਤਕ।
ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬੜਾ ਭੋਲਾ ਭਾਲਾ ਇੱਕ ਸਿੱਖ ਆਇਆ ਤੇ ਇਹਦੀ ਸ਼ਰਧਾ ਤਾਂ ਰਹਿਣ ਦਿਓ, ਤੁਸੀਂ ਤਾਂ ਸ਼ਰਧਾ ਮਿਟਾ ਦਿੱਤੀ, ਪਹਿਲੇ ਦਿਨ ਹੀ ਉਹਨੂੰ ਪੰਡ ਚਕਾ ਦਿੱਤੀ, ਕੱਪੜੇ ਗੰਦੇ ਕਰ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਪੰਡ ਨਹੀਂ, ਦੀਨ ਦੁਨੀਆ ਦਾ ਛਾਤਰ ਹੈ ਜੋ ਉਹਨਾਂ ਦੇ ਸੀਸ ਤੇ ਰੱਖਿਆ। ਆ ਗਾਰੇ ਵਾਲਾ ਪਾਣੀ ਦੀਆਂ ਛੱਟਾਂ ਨਹੀਂ, ਕੇਸਰ ਦੀਆਂ ਛੱਟਾਂ ਨੇ, ਜਰਾ ਗੌਰ ਦੇ ਨਾਲ ਦੇਖੋ। ਫਿਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਹਰ ਇੱਕ ਬਚਨ ਨੂੰ ਮੰਨਿਆ, ਰਾਤ ਦਿਨ ਖਾਲਸਾ ਜੀ ਬਚਨਾਂ ਨੂੰ ਮੰਨ ਕੇ ਸੇਵਾ ਨਿਭਾਈ। ਕਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਧੀ ਰਾਤ ਨੂੰ ਕੱਪੜੇ ਧੋਣ ਵਾਸਤੇ ਜਾਣਾ, ਬਾਕੀਆਂ ਨੇ ਜਵਾਬ ਦੇਣਾ, ਗੁਰੂ ਅੰਗਦ ਸਾਹਿਬ ਨੇ ਕੱਪੜੇ ਧੋਣ ਜਾਣਾ ਨਦੀ 'ਚ, ਕੱਪੜੇ ਧੋਣੇ ਸੁਕਾ ਕੇ ਲਿਆਉਣਾ। ਤੇ ਇੱਕ ਦਿਨ ਖਾਲਸਾ ਜੀ ਉਹ ਕਿਤੇ ਬਾਹਰੋਂ ਸੰਗਤ ਆਈ, 7 ਦਿਨ ਹਫ਼ਤਾ ਮੀਂਹ ਪੈਂਦਾ ਰਿਹਾ, ਲੰਗਰ ਨਾ ਬਣ ਸਕਿਆ, ਕਿਉਂਕਿ ਅੱਜ ਕੱਲ ਵਾਂਗ ਉਦੋਂ ਲੈਂਟਰ ਵਾਲੀਆਂ ਛੱਤਾਂ ਨਹੀਂ ਸੀ ਹੁੰਦੀਆਂ, ਇੱਕ ਤਾਂ ਚੁੱਲ੍ਹਿਆਂ 'ਚ ਅੱਗ ਬਾਲਣੀਆਂ ਪੈਂਦੀਆਂ ਸਨ, ਲੱਕੜਾਂ ਵੀ ਗਿੱਲੀਆਂ ਹੋ ਗਈਆਂ ਹੋਣਗੀਆਂ ਮੀਂਹ ਦੇ ਨਾਲ। 7 ਦਿਨ ਮੀਂਹ ਪੈਂਦਾ ਰਿਹਾ, ਉਦੋਂ ਇੰਨੀਆਂ ਛੱਤਾਂ ਦੇ ਪ੍ਰਬੰਧ ਵੀ ਨਹੀਂ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਦੇਖਿਆ ਵੀ ਲੰਗਰ ਨਾ ਬਣਨ ਕਰਕੇ ਸੰਗਤਾਂ ਭੁੱਖੀਆਂ ਨੇ। ਮਹਾਰਾਜ ਸਾਹਿਬ ਜੀਆਂ ਨੇ ਹੁਕਮ ਕੀਤਾ, ਆਪਣੇ ਪੁੱਤਰ ਸ਼੍ਰੀ ਚੰਦ ਨੂੰ, ਪੁੱਤ ਜੀ ਆ ਕਿੱਕਰ ਦੇ ਦਰਖਤ ਤੇ ਚੜ੍ਹ ਕੇ ਇਹਨੂੰ ਹਿਲਾਓ, ਮਠਿਆਈ ਡਿੱਗੇਗੀ, ਸੰਗਤਾਂ ਛਕਣਗੀਆਂ। ਤੇ ਬਾਬਾ ਸ਼੍ਰੀ ਚੰਦ ਨੇ ਜਵਾਬ ਦੇਤਾ, ਪਿਤਾ ਜੀ ਕਿੱਕਰਾਂ ਤੋਂ ਮਠਿਆਈਆਂ ਨਹੀਂ ਡਿੱਗਦੀਆਂ, ਕਿੱਕਰਾਂ ਤੋਂ ਕੰਡੇ ਲੱਗਦੇ ਹੁੰਦੇ ਆ। ਲਖਮੀ ਦਾਸ ਜੀਆਂ ਨੇ ਵੀ ਇਹੋ ਜਵਾਬ ਦੇ ਦਿੱਤਾ। ਤੇ ਜਦੋਂ ਪਾਵਨ ਲਹਿਣਾ ਜੀ ਨੂੰ ਹੁਕਮ ਹੋਇਆ ਤੇ ਕਮਰ ਕਾਸਾ ਤੇ ਪਹਿਲੋਂ ਟਾਈਟ ਹੁੰਦਾ ਸੀ, ਕੱਸਿਆ ਹੁੰਦਾ ਸੀ। ਝਟਪਟ ਹੀ ਖਾਲਸਾ ਜੀ ਉਹ ਦਰਖਤ ਦੇ ਤਣੇ ਨੂੰ ਹੱਥ ਪਾ ਕੇ ਚੜ੍ਹਨ ਲੱਗ ਪਏ। ਤੇ ਜਦੋਂ ਚੜ੍ਹਦੇ ਚੜ੍ਹਦੇ ਥੋੜਾ ਜਿਹਾ ਉੱਪਰ ਗਏ ਨੇ ਨਾ, ਤੇ ਬਾਬਾ ਸ਼੍ਰੀ ਚੰਦ ਜੀ ਬੋਲੇ, ਕਹਿਣ ਲੱਗੇ, ਪੁਰਖਾ ਪਤਾ ਤੁਹਾਨੂੰ ਵੀ ਆ ਕਿ ਦਰਖਤਾਂ ਦੇ ਉੱਪਰ, ਕਿੱਕਰਾਂ ਦੇ ਉੱਪਰ ਕਦੇ ਮਠਿਆਈਆਂ ਨਹੀਂ ਲੱਗਦੀਆਂ ਹੁੰਦੀਆਂ, ਕਿੱਕਰਾਂ ਤੇ ਕੰਡੇ ਚੁੱਭਦੇ ਹੁੰਦੇ, ਕੱਪੜੇ ਪਾੜ ਜਾਣਗੇ, ਸਰੀਰਾਂ ਵਿੱਚ ਚੁੱਭ ਜਾਣਗੇ, ਲਹੂ ਲੁਹਾਨ ਹੋ ਜਾਓਗੇ। ਤੇ ਪਾਵਨ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਸ਼੍ਰੀ ਚੰਦ ਜੀ ਤੁਸੀਂ ਮੇਰੇ ਰੱਬ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਹੋ, ਮੇਰੇ ਨਾਲੋਂ ਕਿਤੇ ਸਿਆਣੇ ਹੋ, ਤੁਹਾਡਾ ਆਪਣਾ ਤਜਰਬਾ, ਤੁਹਾਡਾ ਆਪਣਾ ਗਿਆਨ ਆ, ਪਰ ਜੋ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਗਿਆਨ ਸਿੱਖਿਆ, ਉਹ ਮੈਨੂੰ ਇਹ ਪਤਾ ਲੱਗਿਆ, ਗੁਰ ਕਹਿਆ ਸਾ ਕਾਰ ਕਮਾਵਹੁ, ਜੋ ਗੁਰੂ ਨੇ ਕਿਹਾ ਉਹ ਕਾਰ ਕਮਾਉਣੀ ਚਾਹੀਦੀ ਆ। ਮੈਂ ਤੇ ਸਿਰਫ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨ ਰਿਹਾ, ਹੁਕਮ ਮੰਨ ਕੇ ਮੈਂ ਕਿੱਕਰ ਨੂੰ ਹਿਲਾਉਣਾ ਆ। ਮਠਿਆਈ ਡਿੱਗਣੀ ਆ ਜਾਂ ਡੇਗਣੀ ਆ ਜਾਂ ਨਹੀਂ ਡੇਗਣੀ, ਇਹ ਤਾਂ ਗੁਰੂ ਨਾਨਕ ਸਾਹਿਬ ਨੂੰ ਪਤਾ। ਮਠਿਆਈ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਮੇਰਾ ਸੰਬੰਧ ਸਿਰਫ ਗੁਰੂ ਨਾਨਕ ਦਾ ਹੁਕਮ ਮੰਨਣ ਤੱਕ ਆ। ਬਾਕੀ ਤੁਸੀਂ ਇੰਨਾ ਵੀ ਹੋਰ ਜਾਣ ਲਓ, ਜਿਵੇਂ ਕਿੱਕਰਾਂ ਤੇ ਚੜ੍ਹਨਾ ਔਖਾ, ਕੰਡੇ ਚੁੱਭਦੇ, ਸਰੀਰ ਲਹੂ ਲੁਹਾਨ ਹੁੰਦਾ, ਕੱਪੜੇ ਪਾੜਦੇ ਨੇ, ਐਵੇਂ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆਂ ਦਾ ਹੁਕਮ ਮੰਨਣਾ, ਇਹਨਾਂ ਦੀ ਸੇਵਾ ਕਰਨੀ ਕਿੱਕਰਾਂ ਤੇ ਚੜ੍ਹਨ ਵਾਂਗ ਬਹੁਤ ਔਖਾ ਹੈ। ਬਿਖਮ ਮਾਰਗ ਚੱਲਣਾ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਸੁਖ ਸਾਰ। ਤਾਂ ਖਾਲਸਾ ਜਿਓ ਕਿੱਕਰ ਨੂੰ ਹਿਲਾਇਆ, ਗੁਰੂ ਨਾਨਕ ਸਾਹਿਬ ਨੇ ਮਠਿਆਈ ਡੇਗ ਦਿੱਤੀ। ਮਾਲਕ ਜਿੱਥੋਂ ਜੋ ਮਰਜ਼ੀ ਪੈਦਾ ਕਰ ਦੇਣ। ਕਈ ਸ਼ੰਕਾ ਕਰੀ ਜਾਂਦੇ ਨਾ ਸਾਖੀਆਂ ਤੇ ਵੀ, ਉਹ ਮਾਲਕ ਦੇ ਅੱਗੇ, ਸਮਰੱਥ ਦੇ ਅੱਗੇ ਕੋਈ ਸ਼ੰਕਾ ਨਹੀਂ। ਉਹਦੀ ਸਮਰੱਥਾ ਵੱਲ ਵੇਖੋ, ਕਿੰਨੀ ਸਮਰੱਥਾ ਦਾ ਮਾਲਕ ਆ, ਉਹਨੇ ਕਿੱਥੋਂ ਕੀ ਪੈਦਾ ਕਰ ਦੇਣਾ। ਅਕਸਰ ਖਾਲਸਾ ਜੀ ਜਿਹੜੇ ਫਲ ਫਰੂਟ ਲੱਗਦੇ ਨੇ, ਉਹ ਵੀ ਤਾਂ ਲੱਕੜਾਂ ਦੇ ਦਰਖਤ, ਤਾਂ ਲੱਕੜਾਂ ਦੇ ਹੀ ਆ ਨਾ, ਤੇ ਉਹਨਾਂ ਨੂੰ ਫਲ ਫਰੂਟਾਂ 'ਚ ਰਸ, ਇਹ ਸਾਰੀ ਖੇਡ ਤਾਂ ਗੁਰੂ ਨਾਨਕ ਦੀ, ਰੱਬ ਦੀ ਹੋਈ ਹੈ ਨਾ। ਉਹ ਜਿਹੜੇ ਲੱਕੜਾਂ ਨੂੰ ਫਲ ਲਾ ਸਕਦੇ, ਵਿੱਚ ਰਸ ਭਰ ਸਕਦੇ ਆ, ਉਹ ਕੀ ਖਾਲਸਾ ਜੀ ਉੱਥੋਂ ਮਠਿਆਈ ਨਹੀਂ ਡਿੱਗ ਸਕਦੇ। ਸਮਰੱਥ ਦੀ ਸਮਰੱਥਾ ਤੇ ਸ਼ੰਕਾ ਕੋਈ ਨਾ ਕਰਿਆ ਕਰੋ। ਖੈਰ ਖਾਲਸਾ ਜੀ ਇਸ ਤਰ੍ਹਾਂ ਦੇ ਬੜੇ ਕੌਤਕ ਹੋਏ। ਕਦੇ ਮਰੀ ਹੋਈ ਚੂਹੀ ਦਰਬਾਰ ਵਿੱਚ ਪਈ, ਪੁੱਤਰਾਂ ਨੂੰ ਹੁਕਮ ਕੀਤਾ, ਉਹਨਾਂ ਨੇ ਚੁੱਕੀ ਨਾ। ਪਾਵਨ ਲਹਿਣਾ ਜੀ ਨੂੰ ਉਸੇ ਸਮੇਂ ਚੂਹੀ ਨੂੰ ਹੱਥ ਨਾ ਚੁੱਕਿਆ, ਦੂਜਾ ਹੱਥ ਥੱਲੇ ਮਾਰਿਆ, ਪੋਚਾ ਜਾ ਮਾਰ ਕੇ ਉਹ ਦੂਰ ਸੁੱਟ ਆਏ, ਹੱਥ ਧੋ ਕੇ ਫਿਰ ਹਾਜ਼ਰ ਹੋ ਗਏ ਸੇਵਾ 'ਚ। ਕਦੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਖਾਲਸਾ ਜੀ ਇੱਕ
ਗਾਰੇ ਵਿੱਚ ਚਿੱਕੜ 'ਚ ਲੋਟਾ ਸੁੱਟ ਦਿੱਤਾ। ਪੁੱਤਰਾਂ ਨੂੰ ਕਿਹਾ ਕੱਢੋ, ਤੇ ਪੁੱਤਰਾਂ ਨੇ ਜਵਾਬ ਦਿੱਤਾ ਕੱਪੜੇ ਗੰਦੇ ਹੋ ਜਾਣਗੇ, ਸਰੀਰ ਗੰਦਾ ਹੋ ਜਾਊ, ਮੈਲਾ ਹੋ ਜਾਏਗਾ। ਕਿਸੇ ਸੇਵਾਦਾਰ ਨੌਕਰ ਨੂੰ ਕਹਿ ਕੇ ਕਢਵਾ ਲੈਂਦੇ ਆ। ਗੁਰੂ ਅੰਗਦ ਸਾਹਿਬ ਨੂੰ ਹੁਕਮ ਹੋਇਆ, ਉਸੇ ਸਮੇਂ ਚਿੱਕੜ 'ਚ ਛਾਲ ਮਾਰ ਦਿੱਤੀ, ਨਾਲੇ ਸਰੀਰ ਵੀ ਲਿਬੜਿਆ, ਕੱਪੜੇ ਵੀ ਲਿਬੜੇ, ਪ੍ਰਵਾਹ ਕੋਈ ਨਹੀਂ। ਲੋਟਾ ਕੱਢਿਆ, ਚੰਗੀ ਤਰ੍ਹਾਂ ਧੋ ਮਾਂਜ ਕੇ ਗੁਰੂ ਨਾਨਕ ਸਾਹਿਬ ਨੂੰ ਪੇਸ਼ ਕਰ ਦਿੱਤਾ। ਹਰ ਇੱਕ ਸੇਵਾਵਾਂ ਵਿੱਚ ਪਾਸ ਹੁੰਦੇ ਗਏ। ਹੁਣ ਆਖੀਰ ਗੁਰੂ ਨਾਨਕ ਦੇ ਮਹਾਰਾਜ ਧਾਨਕ ਰੂਪ ਰਹਾ ਕਰਤਾਰ, ਧਾਨਕ ਰੂਪ ਧਾਰਨ ਕਰ ਲਿਆ। ਤੇੜ ਕਸ਼ਹਿਰਾ, ਬਾਕੀ ਦੇ ਬਸਤਰ ਉਤਰੇ ਹੋਣੇ, ਦਸਤਾਰਾ ਸੱਜਿਆ ਹੋਇਆ, ਹੱਥ ਵਿੱਚ ਇੱਕ ਕੁੱਤਕਾ ਫੜ ਲਿਆ, ਮੋਟਾ ਜਿਹਾ ਡੰਡਾ ਫੜ ਲਿਆ, ਨਾਲ ਕੁੱਤੇ ਨੇ ਤੇ ਕੁਝ ਬੱਚੇ ਵੀ ਨਾਲ ਨੇ। ਤੇ ਖਾਲਸਾ ਜੀ, ਉਹ ਇਤਿਹਾਸਕਾਰਾਂ ਨੇ ਲਿਖਿਆ ਕਿ 20,000 ਦੇ ਲਗਭਗ ਸੰਗਤ ਵੀ ਨਾਲ ਸੀ। ਤੇ ਇੱਕ ਥੈਲੀ ਵਿੱਚ ਗੁਰੂ ਨਾਨਕ ਸਾਹਿਬ ਨੇ ਕੁਝ ਪੈਸੇ, ਸੋਨਾ, ਮੋਤੀ, ਹੀਰੇ ਪਾ ਲਏ ਤੇ ਤੁਰ ਪਿਆ, ਹੱਥ ਮੋਢੇ ਤੇ ਡੰਡਾ ਰੱਖ ਲਿਆ। ਤਾਂ ਖਾਲਸਾ ਜੀ ਜਦੋਂ ਤੁਰੇ ਜਾਂਦੇ ਨੇ, ਪੁੱਛਿਆ ਭਾਈ ਤੁਸੀਂ ਕਿਵੇਂ ਆਉਂਦੇ ਹੋ? ਜੀ ਤੁਹਾਡੇ ਸਿੱਖ ਆ, ਤੁਹਾਡੇ ਤਾਂ ਪਿੱਛੇ ਆਉਂਦੇ ਆ। ਮਹਾਰਾਜ ਨੇ ਜਦੋਂ ਦੋ ਡੰਡੇ ਛੱਡੇ ਨਾ, ਤੇ ਕਈ ਤਾਂ ਉਦੋਂ ਖਿਸਕੰਤਰ ਹੋ ਗਏ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕੁਝ ਹੋ ਗਿਆ ਜੇ, ਸਿੱਧਾ ਡੰਡੇ ਚਲਾਈ ਜਾਂਦਾ, ਏਡਾ ਮੋਟਾ ਸਲੋਤਰ ਖਾ ਨਹੀਂ ਹੋਣਾ। ਕਈ ਉਦੋਂ ਮੁੜ ਗਏ, ਕਈ ਅਜੇ ਵੀ ਪਿੱਛੇ ਆ ਰਹੇ ਨੇ। ਪੈਸੇ ਸੁੱਟੇ, ਕਈ ਪੈਸੇ ਲਾ ਕੇ ਮੁੜ ਗਏ, ਫੇਰ ਆ ਰਹੇ ਨੇ। ਹੀਰੇ ਸੁੱਟੇ, ਕੁਝ ਉਹ ਹੀਰੇ ਸੋਨਾ ਲੈ ਕੇ ਮੁੜ ਗਏ। ਹੁਣ 3-4 ਜਾਣੇ ਰਹਿ ਗਏ। ਤਿੰਨਾਂ ਚਾਵਾਂ ਵਿੱਚੋਂ ਖਾਲਸਾ ਜੀ ਇੱਕ ਪਾਵਨ ਲਹਿਣਾ ਜੀ ਹੈ, ਬਾਬਾ ਬੁੱਢਾ ਜੀ ਵੀ ਨੇ, ਹੋਰ ਵੀ ਗੁਰੂ ਕੇ ਸਿੱਖ ਨੇ। ਤੇ ਜਦੋਂ ਖਾਲਸਾ ਜੀ ਉਹ ਗੁਰੂ ਨਾਨਕ ਸਾਹਿਬ ਜੀ ਕਾਫੀ ਦੂਰ ਬੀਆਬਾਨ ਵਿੱਚ ਜੰਗਲ 'ਚ ਨੇੜੇ ਪਹੁੰਚੇ, ਇਹਨਾਂ ਨੂੰ ਪੁੱਛਿਆ ਵੀ ਤੁਸੀਂ? ਕਹਿਣ ਲੱਗੇ ਜੀ ਅਸੀਂ ਤੁਹਾਡੇ ਸਿੱਖ, ਤੁਹਾਡੇ ਤੋਂ ਬਿਨਾਂ ਤਾਂ ਕੋਈ ਹੈ ਨਹੀਂ ਨਾ ਸਾਡਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਮਹਾਰਾਜ ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ, ਮੇਰਾ ਤੇ ਮੇਰਾ ਤੂੰ ਹੀ ਆ, ਤੇਰੇ ਤੋਂ ਬਿਨਾਂ ਫਿਰ ਮੈਂ ਜਾਣਾ ਕਿੱਥੇ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅੱਛਾ, ਉਹ ਸਾਹਮਣੇ ਮੁਰਦਾ ਪਿਆ, ਫਿਰ ਖਾਓਗੇ? ਜੀ ਹੁਕਮ ਕਰੋ ਤੁਸੀਂ। ਖਾਲਸਾ ਜੀ ਜਦੋਂ ਮੁਰਦੇ ਦਾ ਨਾਂ ਲਿਆ, ਉਦੋਂ ਕਹਿੰਦਾ ਬਾਬਾ ਬੁੱਢਾ ਜੀ ਵੀ ਤੇ ਹੋਰ ਜਿਹੜੇ ਨਾਲ ਦੇ ਸਿੱਖ ਉਹ ਵੀ ਲੁਕ ਗਏ ਸੀ ਦਰਖਤਾਂ ਦੇ ਓਲੇ। ਸਿਰਫ ਤੇ ਸਿਰਫ ਗੁਰੂ ਅੰਗਦ ਦੇਵ ਮਹਾਰਾਜ ਪਾਸ ਹੋਏ। ਕਹਿਣ ਲੱਗੇ ਹੁਕਮ ਜੀ, ਦੱਸੋ ਕਿੱਧਰੋਂ ਖਾਵਾਂ? ਮਾਰ ਕਹਿੰਦੇ ਚਰਨਾਂ ਵੱਲੋਂ, ਪੈਰਾਂ ਵੱਲੋਂ ਖਾ ਲਾ। ਤੇ ਜਦੋਂ ਖਾਲਸਾ ਜੀ ਪੈਰਾਂ ਵੱਲੋਂ ਕੱਪੜਾ ਚੱਕਿਆ, ਪੈਰਾਂ ਦੇ ਨਾਲ ਆਪਣੀ ਮੁੱਖ ਨੂੰ ਲਾਇਆ ਤੇ ਸੁਗੰਧੀ ਆਈ, ਤੇ ਉਸੇ ਸਮੇਂ ਪਛਾਣ ਗਏ ਵੀ ਇਹ ਤਾਂ ਚਰਨ ਮੇਰੇ ਗੁਰੂ ਨਾਨਕ ਸਾਹਿਬ ਦੇ ਆ। ਜਦੋਂ ਬਸਤਰ ਉਤਾਰਿਆ ਤਾਂ ਗੁਰੂ ਨਾਨਕ ਦਾ ਰੂਪ ਦਿਖਾਈ ਦਿੱਤਾ। ਕਈਆਂ ਨੇ ਤਾਂ ਕੜਾਹ ਪ੍ਰਸ਼ਾਦ ਦੀ ਵੀ ਗੱਲ ਕੀਤੀ ਕਿ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਨਿਕਲੀਆਂ। ਤੇ ਜਦੋਂ ਦੇਖਿਆ ਗੁਰੂ ਅੰਗਦ ਦੇਵ ਮਹਾਰਾਜ ਲਹਿਣਾ ਜੀਆਂ ਦੇ ਰੂਪ ਵਿੱਚ, ਕਹਿਣ ਲੱਗੇ ਸਾਹਮਣੇ ਵੀ ਅੰਗਦ, ਸਾਹਮਣੇ ਵੀ ਨਾਨਕ, ਉਹ ਵੀ ਨਾਨਕ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਬੋਲੇ, ਮਾਰ ਕਹਿੰਦਾ ਨਾਨਕ ਨਾ ਮੜੀ ਨਾ ਕਬਰ, ਨਾਨਕ ਗੁਰੂ ਅੰਗਦ ਕਹੀ ਹੈ ਮੈਂ ਤੂੰ, ਤੂੰ ਮੈਂ ਇੱਕ ਪਏ ਹੈ, ਜੋ ਤੁਮ ਹਮਕੋ ਭਿੰਨ ਜਾਣੇਗਾ, ਗੁਰੂ ਤੋਂ ਵਿਛੜਿਆ ਰਹੇਗਾ। ਇਤਿਹਾਸ ਦੇ ਬਚਨ ਨੇ। ਮਹਾਰਾਜ ਜੀ ਕਹਿੰਦੇ ਮੈਂ ਕਿਤੇ ਮੜੀਆਂ ਮਸਾਣਾ ਕਬਰਾਂ 'ਚ ਨਹੀਂ ਬੈਠਾ, ਮੈਂ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਬੈਠ ਗਿਆ। ਜਿਹੜਾ ਮੈਨੂੰ ਤੇ ਗੁਰੂ ਅੰਗਦ ਸਾਹਿਬ ਨੂੰ ਵੱਖਰਾ ਜਾਣੇਗਾ, ਉਹ ਗੁਰੂ ਤੋਂ ਹਮੇਸ਼ਾ ਵਿਛੜਿਆ ਰਹੇਗਾ। ਤੋ ਖਾਲਸਾ ਜੀ ਇਹਨਾਂ ਸਾਰੀਆਂ ਸੇਵਾਵਾਂ 'ਚ ਪਾਸ ਹੋ ਗਏ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਆਪਣੇ ਘੁੱਟ ਕੇ ਸੀਨੇ ਨਾਲ, ਗਲ ਦੇ ਨਾਲ ਲਾ ਲਿਆ, ਅੰਗਾਂ ਦੇ ਨਾਲ ਲਾ ਲਿਆ, ਤੇ ਨਾਮ ਇਹਨਾਂ ਦਾ ਅੰਗਦ ਜੀ ਰੱਖ ਦਿੱਤਾ। ਉਹ ਸਮੇਂ ਜਿਹੜਾ ਚੋਲਾ ਸੀ ਨਾ ਗੁਰੂ ਨਾਨਕ ਸਾਹਿਬ ਦਾ, ਉਹ ਚੋਲਾ ਗੁਰੂ ਨਾਨਕ ਸਾਹਿਬ ਜੀਆਂ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤਾ। ਆ ਚੋਲਾ ਪਾ ਲਓ, ਚੋਲਾ ਪਾ ਲਿਆ।
ਤੇ ਖਾਲਸਾ ਜੀ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਜੀ ਇਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਦਿਓ, ਨਾਰੀਅਲ ਪੈਸੇ ਲਿਆਓ। 5 ਪੈਸੇ ਨਾਰੀਅਲ ਲਿਆ ਕੇ ਪ੍ਰਕਰਮਾ ਕਰਕੇ ਸਾਹਮਣੇ ਅਰਪਣ ਕਰਕੇ ਮੱਥਾ ਟੇਕ ਦਿੱਤਾ। ਉਥੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਹੁਣਾਂ ਨੂੰ ਪਤਾ ਲੱਗਿਆ ਤੇ ਬਾਬਾ ਸ਼੍ਰੀ ਚੰਦ ਜੀਆਂ ਨੇ ਬੜਾ ਇਤਰਾਜ਼ ਕੀਤਾ ਤੇ ਫਿਰ ਸੋਚਣ ਲੱਗੇ ਵੀ ਆਹ ਜਿਹੜਾ ਚੋਲਾ ਪਿਤਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਨਾ ਲਹਿਣਾ ਜੀਆਂ ਨੂੰ, ਗੁਰੂ ਅੰਗਦ ਸਾਹਿਬ ਨੂੰ, ਇਸ ਚੋਲੇ 'ਚ ਕਰਾਮਾਤਾਂ ਨੇ, ਚੋਲਾ ਲਵਾ ਲੈਣਾ ਆ। ਤੇ ਖਾਲਸਾ ਜੀ ਬਾਬਾ ਸ਼੍ਰੀ ਚੰਦ ਜੀਆਂ ਨੇ ਕਹਿ ਕੇ ਜੋਰੋ ਜੋਰੀ ਚੋਲਾ ਲਵਾਇਆ, ਗੁਰੂ ਅੰਗਦ ਸਾਹਿਬ ਨੇ ਲਾ ਦਿੱਤਾ। ਤੇ ਫਿਰ ਆਪਣੇ ਭਤੀਜੇ ਨੂੰ, ਬਾਬਾ ਲਖਮੀ ਦਾਸ ਦੇ ਪੁੱਤਰ ਨੂੰ ਕਿਹਾ ਆ ਪੁੱਤ ਚੋਲਾ ਚੁੱਕ ਤੇ ਪਾ ਲਾ। ਤੇ ਜਦੋਂ ਖਾਲਸਾ ਜੀ ਉਹ ਚੋਲਾ ਚੁੱਕ ਕੇ ਪਾਉਣ ਲੱਗਾ ਨਾ ਤੇ ਚੋਲਾ ਚੁੱਕਿਆ ਹੀ ਨਾ ਜਾਏ। ਬਾਬਾ ਲਖਮੀ ਦਾਸ ਕੋ ਵੀ ਨਾ ਚੁੱਕਿਆ ਗਿਆ, ਕਿਸੇ ਕੋ ਵੀ ਨਾ ਚੁੱਕਿਆ ਗਿਆ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਚੁੱਕ ਕੇ ਚੋਲਾ ਆਪਣੇ ਧਾਰਨ ਕਰ ਲਿਆ। ਪਤਾ ਲੱਗ ਗਿਆ ਉਹਨਾਂ ਨੂੰ ਵੀ ਇਸ ਚੋਲੇ ਨੂੰ ਚੁੱਕਣ ਵਾਲੇ ਗੁਰੂ ਅੰਗਦ ਸਾਹਿਬ ਜੀ ਹੀ ਹਨ। ਤੋ ਖਾਲਸਾ ਜੋ ਅੱਜ ਦੇ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀਆਂ ਸੇਵਾਵਾਂ ਤੇ ਖੁਸ਼ ਹੋ ਕੇ ਇਹਨਾਂ ਨੂੰ ਆਪਣੇ ਅਸਥਾਨ ਗੁਰਤਾ ਗੱਦੀ ਸਿੰਘਾਸਣ ਤੇ ਬਿਰਾਜਮਾਨ ਕੀਤਾ। ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦੇ ਉੱਪਰ ਸਜਣ ਦਾ, ਬਿਰਾਜਮਾਨ ਹੋਣ ਦਾ ਪਵਿੱਤਰ ਦਿਹਾੜਾ ਜੀ। ਆਪ ਜੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਇੱਥੇ ਬਚਨ ਆ ਰਹੇ ਨੇ ਜੀ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਹੇ ਗੁਰੂ ਨਾਨਕ ਦੇ ਮਹਾਰਾਜ, ਕਲਯੁਗ ਦੇ ਵਿੱਚ ਤੁਸੀਂ ਗੁਰੂ ਨਾਨਕ ਰੂਪ ਹੋ ਕੇ ਪ੍ਰਵਾਨ ਨੀਕ ਹੋਏ ਹੋ। ਫਿਰ ਤੁਸੀਂ ਹੀ ਗੁਰੂ ਅੰਗਦ ਦੇ ਮਹਾਰਾਜ ਆਪਣੇ ਆਪ ਨੂੰ ਕਹਾਇਆ। ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਤੁਸੀਂ ਆਪਣੇ ਆਪ ਨੂੰ ਕਹਾਇਆ ਜੀ। ਸ਼੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ। ਇਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਹੜਾ ਤੁਹਾਡਾ ਗੁਰਤਾ ਗੱਦੀ ਦਾ ਰਾਜ ਆ, ਗੁਰੂ ਰੂਪੀ ਜਿਹੜਾ ਤੁਹਾਡਾ ਰਾਜ ਆ, ਇਹ ਜੁਗੋ ਜੁਗ ਅਟਲ ਆ। ਅਬ ਚਲ ਚਲਾਏ ਮਾਨ ਹੋਣ ਤੋਂ ਰਹਿਤ ਅਟਲ, ਜੁਗੋ ਜੁਗ ਅਟਲ ਆ। ਇਹਨੂੰ ਕੋਈ ਚਲਾਏ ਮਾਨ ਨਹੀਂ ਕਰ ਸਕਦਾ। ਇਸ ਰਾਜ ਨੂੰ, ਇਸ ਗੁਰਿਆਈ ਨੂੰ ਕੋਈ ਲੈ ਨਹੀਂ ਸਕਦਾ, ਕੋਈ ਖੋ ਨਹੀਂ ਸਕਦਾ। ਆਦ ਪੁਰਖ ਫਰਮਾਇਓ, ਇਹ ਬਚਨ ਆਦ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਫਰਮਾਏ ਨੇ, ਵਾਹਿਗੁਰੂ ਨੇ ਬਚਨ ਕਹੇ ਨੇ ਕਿ ਗੁਰੂ ਨਾਨਕ ਸਾਹਿਬ ਤੁਹਾਡਾ ਜਿਹੜਾ ਗੁਰਤਾ ਗੱਦੀ ਦਾ ਗੁਰੂ ਰੂਪੀ ਜਿਹੜਾ ਰਾਜ ਆ, ਇਹ ਜੁਗੋ ਜੁਗ ਅਟਲ ਕਾਇਮ ਰਹੇਗਾ। ਇਸ ਨੂੰ ਕੋਈ ਵੀ ਖਾਲਸਾ ਜੀ ਦੂਰ ਨਹੀਂ ਕਰ ਸਕਦਾ। ਤੋ ਸਤਿਗੁਰੂ ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਕਰਦਿਆਂ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਸਿੰਘਾਸਣ ਦੇ ਉੱਪਰ ਬਿਰਾਜਮਾਨ ਹੋਣ ਦੇ ਸੰਬੰਧ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਹਾਰ, ਗੁਰੂ ਸਰਬ ਸਾਧ ਸੰਗਤ ਜੀ ਬਖਸ਼ਣਹਾਰ, ਬਖਸ਼ਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ। 2 ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸ਼੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰੋ ਤਾਰ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਬੇਕਾ। ਹੇ ਅਪਰੰਪਰ ਹਰ ਹਰੇ ਹੇ ਪਿਹੋਵਨਹਾਰ। ਹੇ ਸੰਤ ਹੈ ਕਾ ਸਦਾ ਸੰਗ ਨਿਧਾਰਾ ਆਧਾਰ।
ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜਾ ਨਾਮ ਦਾਨ ਰਾਖੋ ਹਿਆ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।